है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है ओ, तू कुर्बानी दा बानी है। सारे औकड़ पिया भरावां दी तू है करदा अगवानी है। क्या चूड़े बीड़े फबदे ने जो बनमतियां मुटियारां दे। जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है। कोई सिउंदी कोई परोंदी है, कोई वेला बूटे कटदी है। जद रात चांदनी खिड़दी है ओ, जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ऐ पंजाब करां की सिफ्त तेरी, ऐ पंजाब करां की सिफ्त तेरी ओ। तेरी मां क्यों मिठी बोली दी जी कर दिया सिफ्त न रजदा है। उर्दू हिंदी दिया साजा विच सुर ताल तेरा ही वजदा है। बसे रसे कर बार तेरा जीवे जागे परवार तेरा। मस्जिद मंदिर दरबार तेरा, मियाँ लाला सरदार तेरा। दुनिया सारी भी सोनी है ओ, दुनिया सारी भी सोनी है पर तेरा रंग न्यारा है। तेरी मिट्टी दा खुला भी शाही महला तो प्यारा है। तेरे जर्रे जर्रे दे अंदर अपनत जई कोई बसदी है। तेरी गोदी दे विच बैंदियां ही दुनिया दी चिंता नसदी है। तेरी गोदी दे विच बैंदियां ही दुनिया दी चिंता नसदी है। ऐ पंजाब करां की सिफ्त तेरी, ऐ पंजाब करां की सिफ्त तेरी। ऐ पंजाब पंजाब है पंजाब। पंजाब दर्शन ते सारे श्रोतियां दा ते दर्शकां दा तह दिलों स्वागत है।
ਮੈਂ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਦੱਸਣ ਵਿੱਚ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਜਿਵੇਂ ਪਿਛਲੇ ਸਮੇਂ ਤੋਂ ਅਸੀਂ ਪੰਜਾਬ ਨਾਲ ਸੰਬੰਧਿਤ ਕਿਸੇ ਨਾ ਕਿਸੇ ਖੇਤਰ ਦੀਆਂ ਬਹੁਤ ਮਹਾਨ ਸ਼ਖਸੀਅਤਾਂ ਨੂੰ ਅਸੀਂ ਬੁਲਾਉਂਦੇ ਹਾਂ ਤੇ ਉਹਨਾਂ ਦੀ ਸਹਾਇਤਾ ਨਾਲ ਅਸੀਂ ਪੰਜਾਬ ਨੂੰ ਸਮਝਣ ਲਈ ਕੋਸ਼ਿਸ਼ ਕਰ ਰਹੇ ਹਾਂ ਤੇ ਸਾਡੇ ਸਰੋਤੇ ਵੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ ਕਿ ਅਸੀਂ ਪੰਜਾਬ ਦੀ ਗਲੋਰੀ, ਪੰਜਾਬ ਦੀ ਸਿਫਤ, ਪੰਜਾਬ ਦੇ ਉਹ ਦਰਸ਼ਨ ਜਿਹਦੇ ਵਿੱਚ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਇੱਕ ਪ੍ਰਮੁੱਖ ਪਹਿਚਾਣ ਬਣੀ ਪੰਜਾਬ ਦੀ, ਅਸੀਂ ਪੰਜਾਬ ਨੂੰ ਉਹਦੇ ਨਾਲ, ਉਸ ਪਹਿਚਾਣ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਹਾਂ। ਅੱਜ ਜਿਸ ਸ਼ਖਸੀਅਤ ਦੇ ਅਸੀਂ ਰੂਬਰੂ ਹੋ ਰਹੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਸੀ ਸਾਨੂੰ ਸਮਾਂ ਦੇਣ ਲਈ, ਉਹ ਹਸਤੀ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ, ਨਵੀਂ ਦਿੱਲੀ, ਉੱਥੇ ਉਹ ਸੈਂਟਰ ਫਾਰ ਦਾ ਸਟੱਡੀ ਆਫ ਸੋਸ਼ਲ ਸਿਸਟਮਸ, ਇਸ ਵਿਭਾਗ ਵਿੱਚ ਉਹਨਾਂ ਨੇ ਸਮਾਜ ਵਿਗਿਆਨ, ਸੋਸ਼ੀਓਲੋਜੀ ਉਹ ਪੜ੍ਹਾ ਰਹੇ ਆ ਤੇ ਉਹਨਾਂ ਦੀ ਸਿਫਤ, ਇੱਕ ਅਧਿਆਪਕ ਦੀ ਸਿਫਤ ਕੀ ਹੋ ਸਕਦੀ ਹੈ? ਅਧਿਆਪਕ ਦਾ ਅਧਿਆਪਕ ਹੋਣਾ ਹੀ ਇੱਕ ਬਹੁਤ ਵੱਡੀ ਸਿਫਤ ਹੈ। ਜਿਵੇਂ ਇੱਕ ਚਿਰਾਗ ਦਾ ਬਲਦੇ ਹੋਣਾ ਹੀ ਉਹਦੀ ਸਿਫਤ ਹੈਗੀ ਆ ਕਿ ਇੱਕ ਬਲਦੇ ਚਿਰਾਗ ਦੀ ਰੌਸ਼ਨੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਆ, ਔਰ ਬਲਦਾ ਚਿਰਾਗ ਇੱਕ ਬਹੁਤ ਵੱਡਾ ਸਿੰਬਲ ਹੈਗਾ ਖਾਸ ਤੌਰ ਦੇ ਉੱਤੇ ਭਾਰਤੀ ਸਿੰਬੋਲਿਜ਼ਮ ਦੇ ਵਿੱਚ, ਔਰ ਬਲਦਾ ਚਿਰਾਗ ਇੱਕ ਅਧਿਆਪਕ ਨੂੰ ਵੀ ਸਿੰਬੋਲਾਈਜ਼ ਕਰਦਾ ਤੇ ਪ੍ਰੋਫੈਸਰ ਜੋਧਕਾ ਜੀ ਸਾਡੇ ਉਹ ਬਲਦੇ ਚਿਰਾਗ ਹਨ ਜਿਹੜੇ ਦਿੱਲੀ ਦੇ ਵਿੱਚ ਸਮਾਜ ਵਿਗਿਆਨ, ਸੋਸ਼ੀਓਲੋਜੀ ਦੇ ਵਿੱਚ ਵਿਦਿਆਰਥੀਆਂ ਨੂੰ ਚਾਨਣ ਦੇ ਰਹੇ ਆ। ਤੇ ਜਿਹੜੀਆਂ ਇੱਕ ਫਾਰਮਲ ਇੰਟਰੋਡਕਸ਼ਨਸ, ਉਹਨਾਂ ਨੇ ਕਿੰਨੀਆਂ ਕਿਤਾਬਾਂ ਲਿਖੀਆਂ, ਉਹਨਾਂ ਨੇ ਕਿੱਥੇ ਐਜੂਕੇਸ਼ਨ ਪ੍ਰਾਪਤ ਕੀਤੀ ਜਾਂ ਉਹਨਾਂ ਦਾ ਜਨਮ ਕਿੱਥੇ ਹੋਇਆ, ਮੇਰਾ ਖਿਆਲ ਹੈ ਵੀ ਇੱਕ ਟੀਚਰ ਦੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਦਾ ਕੋਈ ਬਹੁਤ ਜ਼ਿਆਦਾ ਸੰਬੰਧ ਨਹੀਂ ਹੁੰਦਾ ਹੈ। ਲੇਕਿਨ ਇੱਕ ਗੱਲ ਜਿਹੜੀ ਉਹਨਾਂ ਦੀ ਸਿਫਤ ਵਿੱਚ ਜਾਂਦੀ ਆ ਜਾਂ ਮੇਰਾ ਦੱਸਣ ਨੂੰ ਜੀ ਕਰਦਾ ਕਿ ਜਿਵੇਂ ਆਕਸਫੋਰਡ ਯੂਨੀਵਰਸਿਟੀ ਦਾ ਇੱਕ ਉਹਨਾਂ ਦਾ ਇੱਕ ਪ੍ਰੋਗਰਾਮ ਹੈ ਕਿ ਉਹ ਹਰ ਵਿਸ਼ੇ ਦੇ ਨਾਲ ਸੰਬੰਧਿਤ ਵੈਰੀ ਸ਼ਾਰਟ ਇੰਟਰੋਡਕਸ਼ਨਸ ਦੇ ਨਾਂ ਹੇਠ ਉਹ ਕਿਤਾਬਾਂ 'ਚ ਪਾਉਂਦੇ ਆ, ਕਿਤਾਬਾਂ ਲਿਖਾਉਂਦੇ ਆ। ਤੇ ਉਹਨਾਂ ਨੇ ਜਿਹੜੀ ਇੰਡੀਅਨ ਕਾਸਟ ਸਿਸਟਮ ਬਾਰੇ ਜਿਹੜੀ ਕਿਤਾਬ ਲਿਖਵਾਈ ਸੀ, ਉਹਨਾਂ ਨੇ ਪ੍ਰੋਫੈਸਰ ਜੋਧਕਾ ਜੀ ਨੂੰ ਬੇਨਤੀ ਕਰਕੇ ਕਿਤਾਬ ਲਿਖਾਈ ਸੀ ਤੇ ਉਹਨਾਂ ਦੀ ਕਿਤਾਬ ਹੈਗੀ ਉਹ ਸ਼ਾਰਟ ਇੰਟਰੋਡਕਸ਼ਨ ਕਾਸਟ, ਆਕਸਫੋਰਡ 2012। ਤੇ ਉਹਨਾਂ ਦਾ ਇਸ ਖੇਤਰ ਦੇ ਵਿੱਚ ਬੜਾ ਵਿਸ਼ਾਲ ਤੇ ਗਹਿਰਾ ਅਧਿਐਨ ਹੈ। ਤੇ ਦੂਜੀ ਗੱਲ ਇਹ ਕਿ ਜਿਹੜਾ ਪੰਜਾਬ, ਜਿਸ ਗਲੋਰੀ ਨੂੰ ਅਸੀਂ ਯਾਦ ਕਰਦੇ ਹਾਂ, ਜਿਸ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲੇ ਪੰਜਾਬ ਨੂੰ ਅਸੀਂ ਯਾਦ ਕਰਦੇ ਹਾਂ, ਅੱਜ ਜਦੋਂ ਅਸੀਂ ਦੇਖਦੇ ਹਾਂ ਤੇ ਪੰਜਾਬ ਵਿੱਚ ਇੱਕ ਪੰਜਾਬ ਵਿੱਚ ਤਰੇੜਾਂ ਪਈਆਂ ਹੋਈਆਂ, ਸਮਾਜਿਕ ਤਰੇੜਾਂ, ਉਹ ਇੰਨੀਆਂ ਪੱਕੀਆਂ ਤੇ ਇੰਨੀਆਂ ਗਹਿਰੀਆਂ ਤਰੇੜਾਂ ਪੈ ਚੁੱਕੀਆਂ ਕਿ ਸਾਡੇ ਸਮਾਜ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਸਾਨੂੰ ਸਾਂਝੀਵਾਲਤਾ ਤੇ ਸਰਬੱਤ ਦਾ ਭਲਾ ਨਜ਼ਰ ਨਹੀਂ ਆਉਂਦਾ। ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਪੰਜਾਬ ਦੇ ਆਪਣੇ ਅੰਦਰ ਇੱਕ ਵਿਸ਼ੇਸ਼ ਕਿਸਮ ਦਾ ਜਾਤੀਵਾਦ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ। ਉਹ ਇੱਕ ਬਿਮਾਰੀ ਹੈ ਜਿਹੜੀ ਪੰਜਾਬ ਨੂੰ ਲੱਗੀ ਹੋਈ। ਬਹੁਤ ਸਾਰੇ ਵਿਦਵਾਨ, ਕਵੀ, ਸਾਹਿਤਕਾਰ, ਕਲਾਕਾਰ ਇਸ ਰੋਗ ਨੂੰ ਹਟਾਉਣ ਬਾਰੇ, ਇਸ ਰੋਗ ਬਾਰੇ ਕਾਫੀ ਚਿੰਤਤ ਹੈਗੇ ਆ, ਲੇਕਿਨ ਇਹਦਾ ਕੋਈ ਥਾਂ ਨਹੀਂ ਲੱਭ ਰਿਹਾ। ਤੇ ਅੱਜ ਪੰਜਾਬ ਦਰਸ਼ਨ ਦੀ ਇਸ ਟੀਮ ਨੇ ਵੀ ਕੋਸ਼ਿਸ਼ ਕੀਤੀ ਕਿ ਸਾਡੇ ਦਰਸ਼ਕਾਂ ਨੂੰ ਅਸੀਂ ਪ੍ਰੋਫੈਸਰ ਜੋਧਕਾ ਜੀ ਨਾਲ ਅਸੀਂ ਉਹਨਾਂ ਨੂੰ ਰੂਬਰੂ ਕਰਾਈਏ ਤੇ ਅਸੀਂ ਇਸ ਵਿਸ਼ੇ ਬਾਰੇ ਜਾਣਕਾਰੀ ਹਾਸਲ ਕਰੀਏ। ਤੇ ਸਾਡਾ ਇਹ ਇੱਕ ਰਵਾਇਤ ਹੈ ਕਿ ਅਸੀਂ ਹਰ ਲੈਕਚਰ
ਡੈਡੀਕੇਟ ਕਰਦੇ ਹਾਂ, ਅਤੇ ਡੈਡੀਕੇਸ਼ਨ ਅਸੀਂ ਕਿਸੇ ਸ਼ਖਸੀਅਤ ਨੂੰ ਵੀ ਕਰ ਦਿੰਦੇ ਹਾਂ, ਕਿਸੇ ਕਿਤਾਬ ਨੂੰ ਵੀ ਕਰ ਦਿੰਦੇ ਹਾਂ, ਕਿਸੇ ਗ੍ਰੰਥ ਨੂੰ ਵੀ ਕਰ ਦਿੰਦੇ ਹਾਂ। ਅਤੇ ਅੱਜ ਅਸੀਂ ਜਿਹੜਾ ਪ੍ਰੋਫੈਸਰ ਜੋਧਕਾਰ ਜੀ ਦਾ ਇਹ ਲੈਕਚਰ ਡੈਡੀਕੇਟ ਕਰ ਰਹੇ ਹਾਂ, ਇੱਕ ਵੱਖਰੀ ਪਿਰਤ ਪਾ ਰਹੇ ਹਾਂ ਅਸੀਂ ਡੈਡੀਕੇਸ਼ਨ ਦੀ, ਡੈਡੀਕੇਟਡ ਟੂ ਬਰਥ ਆਫ ਦਾ ਖਾਲਸਾ। ਕਿਉਂਕਿ ਪੰਜਾਬ ਵਿੱਚ ਜਦੋਂ 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਔਰ ਉਹਨਾਂ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ ਇੱਕ ਵਿਸ਼ੇਸ਼ ਤਰੀਕੇ ਨਾਲ, ਅਤੇ ਜਦੋਂ ਉਹਨਾਂ ਨੇ ਖਾਲਸੇ ਨੂੰ ਪੰਜ ਪਿਆਰਿਆਂ ਨੂੰ ਖਾਲਸੇ ਦਾ ਰੂਪ ਦਿੱਤਾ ਅਤੇ ਉਹਨਾਂ ਨੇ ਅਖੀਰ ਵਿੱਚ ਉਹਨਾਂ ਨੂੰ ਇੱਕ ਐਡਰੈਸ ਕੀਤਾ, ਉਹਨਾਂ ਨੂੰ ਸੰਬੋਧਨ ਹੋ ਕੇ ਉਹਨਾਂ ਨੂੰ ਕੁਝ ਗੱਲਾਂ ਕਹੀਆਂ। ਉਹਨਾਂ ਗੱਲਾਂ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ, ਜਿਹੜੀ ਅਹਿਮ ਗੱਲ ਸੀ, ਜਿਹੜੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਟਰਨ ਸੀ, ਇੱਕ ਸ਼ਿਫਟ ਸੀ, ਉਹ ਸੀ ਕਿ ਉਹਨਾਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਹਾਡੀ ਕੁਲ ਨਾਸ, ਤੁਹਾਡੀ ਜਾਤ ਨਾਸ, ਤੁਹਾਡਾ ਵਰਨ ਨਾਸ। ਹਿੰਦੁਸਤਾਨ ਦੇ ਪਰੰਪਰਾ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਇੱਕ ਸ਼ਬਦ, ਇੱਕ ਟਰਮ ਵਰਤ ਹੁੰਦੀ ਆ, ਜਿਹਨੂੰ ਅਸੀਂ ਕਹਿੰਦੇ ਹਾਂ ਪੁਰਸ਼ਾਰਥ। ਜਦੋਂ ਪੁਰਸ਼ਾਰਥ ਕਹਿੰਦੇ ਹਾਂ, ਯਾਨੀ ਕਿ ਪੁਰਸ਼ ਹੋਣ ਦਾ ਮਤਲਬ, ਯਾਨੀ ਕਿ ਮਨੁੱਖ ਹੋਣ ਦਾ ਮਕਸਦ। ਹਿੰਦੁਸਤਾਨ ਦੀ ਪਰੰਪਰਾ ਵਿੱਚ ਜਿਹੜਾ ਪੁਰਸ਼ਾਰਥ ਹੈਗਾ, ਉਹਨੂੰ ਵਰਨ ਆਸ਼ਰਮ ਨਾਲ ਜੋੜਿਆ ਜਾਂਦਾ, ਕਿ ਇੱਕ ਜਿਹੜਾ ਇੰਡੀਵਿਜੂਅਲ ਆ ਉਹਦਾ ਵਰਨ ਕੀ ਆ। ਅਤੇ ਇਹ ਸੁਸਾਇਟੀ ਦੇ 4 ਵਰਗ ਬਣਾਏ ਗਏ, ਇੱਕ ਬ੍ਰਾਹਮਣ ਹੈਗਾ, ਇੱਕ ਖੱਤਰੀ ਹੈਗਾ, ਇੱਕ ਵੈਸ਼ ਹੈਗਾ, ਇੱਕ ਸ਼ੂਦਰ ਹੈਗਾ। ਇੱਕ ਤਾਂ ਸੁਸਾਇਟੀ ਸਾਰੇ ਸਮਾਜ ਦੇ 4 ਵਰਨ ਬਣਾਏ ਗਏ, 4 ਵਰਨਾਂ ਵਿੱਚ ਵੰਡਿਆ ਗਿਆ, 4 ਵਰਗ ਬਣਾਏ ਗਏ। ਤਾਂ ਉਹਦੇ ਵਿੱਚ ਇੱਕ ਇੰਡੀਵਿਜੂਅਲ ਦੇ ਵੀ 4 ਸਟੇਜਾਂ ਬਣਾਤੀਆਂ ਗਈਆਂ, ਜਿਹਨੂੰ ਉਹ 4 ਵੱਖ-ਵੱਖ ਹਿੱਸਿਆਂ ਵਿੱਚ ਇੱਕ ਇੰਡੀਵਿਜੂਅਲ ਦੀ ਲਾਈਫ ਨੂੰ ਵੰਡਿਆ ਗਿਆ। ਇਸ ਤਰ੍ਹਾਂ ਕੰਪਾਰਟਮੈਂਟਲਾਈਜੇਸ਼ਨ ਇੱਕ ਇੰਡੀਵਿਜੂਅਲ ਦੀ ਲਾਈਫ ਦੀ ਵੀ ਹੋ ਗਈ ਅਤੇ ਸਾਡੇ ਸਮਾਜ ਦੀ ਵੀ ਹੋ ਗਈ। ਇਸ ਚੀਜ਼ ਨੇ ਸਾਡੇ ਸਮਾਜ ਨੂੰ ਤੋੜ ਕੇ ਰੱਖ ਦਿੱਤਾ, ਬਖੇਰ ਕੇ ਰੱਖ ਦਿੱਤਾ। ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਇੱਕ ਨਵੀਂ ਸੁਸਾਇਟੀ ਦਾ, ਇੱਕ ਨਵੇਂ ਸਮਾਜ ਦਾ ਨਿਰਮਾਣ ਕੀਤਾ, ਤਾਂ ਉਹਨਾਂ ਨੇ ਉਸ ਪੁਰਸ਼ਾਰਥ ਨੂੰ ਨਵੇਂ ਅਰਥਾਂ ਵਿੱਚ ਪੇਸ਼ ਕੀਤਾ। ਉਹਨਾਂ ਨੇ ਸਾਰੇ ਸਮਾਜ ਨੂੰ ਇੱਕ ਰੂਪ ਦਿੱਤਾ ਔਰ ਉਹਨਾਂ ਨੇ ਕਿਹਾ ਵੀ ਇਹ ਖਾਲਸਾ ਆ, ਇਹਦੀ ਕੋਈ ਜਾਤ ਨਹੀਂ ਹੈ, ਕੋਈ ਕੁਲ ਨਹੀਂ ਹੈ, ਕੋਈ ਇਹਦਾ ਵਰਨ ਨਹੀਂ ਹੈ, ਇਹ ਇੱਕ ਨਵਾਂ ਸਮਾਜ ਆ। ਅਤੇ ਲੇਕਿਨ ਸਮੇਂ ਦੇ ਗੇੜ ਦੇ ਵਿੱਚ ਫਿਰ ਕੋਈ ਬਿਮਾਰੀ ਫਿਰ ਚਿੰਬੜ ਗਈ ਉਸ ਖਾਲਸੇ ਦੇ ਵਿੱਚ ਵੀ, ਇਸ ਵਰਨ ਰਹਿਤ, ਜਾਤ ਰਹਿਤ ਅਤੇ ਕੁਲ ਰਹਿਤ ਖਾਲਸੇ ਦੇ ਅੰਦਰ ਵੀ ਉਹ ਜਾਤ ਦਾ ਰੋਗ ਜਿਹੜਾ ਆ ਵੜਿਆ। ਅੱਜ ਪੰਜਾਬ ਫਿਰ ਉਸ ਰੋਗ ਦੇ ਨਾਲ 2-4 ਹੋ ਰਿਹਾ, ਅਤੇ ਅਸੀਂ ਉਸ ਰੋਗ ਦੀ ਸ਼ਨਾਖਤ ਕਰ ਲਈ ਵੀ ਕੀ ਇਹ ਰੋਗ ਜਿਹੜਾ ਕੋਈ ਹੋਰ ਰੋਗ ਆ ਜਾਂ ਇਹ ਉਹ ਵਰਨ ਆਸ਼ਰਮ ਵਾਲਾ ਰੋਗ ਆ। ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪੰਜਾਬ ਦੇ ਅੰਦਰ ਕਾਸਟ ਜਿਹੜੀ ਆ ਇਹ ਕਿਸ ਕਿਸਮ ਦੀ ਆ, ਇਹਦੀ ਸ਼ਨਾਖਤ ਜਿਹੜੀ ਕੀ ਆ, ਇਹਦਾ ਡਾਇਗਨੋਜ਼ ਕੀ ਆ, ਇਹਦਾ ਸਲਿਊਸ਼ਨ ਕੀ ਆ। ਅਸੀਂ ਇਹਨਾਂ ਗੱਲਾਂ ਲਈ ਪ੍ਰੈਸ ਸਾਹਿਬ ਨੂੰ ਬੇਨਤੀ ਕੀਤੀ ਸੀ, ਅਤੇ ਮੇਰਾ ਖਿਆਲ ਹੈ ਮੈਂ ਜ਼ਿਆਦਾ ਸਮਾਂ ਨਾ ਲਵਾਂ। ਸਾਡੇ ਸਰੋਤੇ ਦਰਸ਼ਕ ਬਹੁਤ ਜ਼ਿਆਦਾ ਉਤਸੁਕ ਹੈ ਅੱਜ ਦੇ ਇਸ ਲੈਕਚਰ ਨੂੰ ਸੁਣਨ ਲਈ, ਅਤੇ ਮੈਂ ਪ੍ਰੈਸ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੈਸ ਸਾਹਿਬ, ਤੁਹਾਡਾ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਅਤੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਵੱਲੋਂ ਤੁਹਾਡਾ ਪੰਜਾਬ ਦਰਸ਼ਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅਤੇ ਤੁਹਾਨੂੰ ਬੇਨਤੀ ਇਹ ਆ ਕਿ ਅਸੀਂ ਤੁਹਾਨੂੰ ਇੱਕ ਸੰਤ ਵਾਂਗ ਮੰਨਦੇ ਹਾਂ, ਅਤੇ ਜਿਵੇਂ ਪੁਰਾਣੇ ਸਮੇਂ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਸਾਰਿਆਂ ਸੰਤਾਂ ਕੋਲ ਜਾ ਕੇ ਚੌਂਕੀਆਂ ਭਰਦੇ ਸੀਗੇ, ਅੱਜ ਅਸੀਂ ਤੁਹਾਡੀ ਬਾਰਗਾਹ ਦੇ ਵਿੱਚ ਪੇਸ਼ ਹੋਏ ਹਾਂ ਤੁਹਾਡੀ ਚੌਂਕੀ ਭਰਨ ਲਈ। ਅਤੇ ਚੌਂਕੀ ਭਰਨ ਦੀ ਇੱਕ ਖਾਸੀਅਤ ਹੁੰਦੀ ਸੀ ਵੀ ਘੜੀ ਨਹੀਂ ਸੀ ਲੋਕ ਲਾ ਕੇ ਜਾਂਦੇ, ਅਤੇ ਉਹ ਬਸ ਆਪਣੀ ਮਨ ਦੀ ਆਸਥਾ ਹੁੰਦੀ ਹੈ ਕਿ ਘੜੀ ਅਸੀਂ ਲਾ ਕੇ ਨਹੀਂ ਬਹਿਣਾ। ਅਤੇ ਅਸੀਂ ਉਮੀਦ ਕਰਾਂਗੇ ਤੁਸੀਂ ਵੀ ਘੜੀ ਵੱਲ ਨਾ ਦੇਖਿਓ, ਤੁਸੀਂ ਆਪਣਾ ਸਬਜੈਕਟ ਦੇਖਣਾ ਕਿ ਤੁਹਾਡੀ ਜਦੋਂ ਤਸੱਲੀ ਹੋ ਗਈ ਅਤੇ ਉਹਦੇ ਨਾਲ ਅਸੀਂ ਸਮਾਪਤੀ ਕਰਾਂਗੇ। ਅਤੇ ਤੁਸੀਂ ਟਾਈਮ ਦੀ ਕੋਈ ਬੰਦਿਸ਼ ਨਹੀਂ ਹੈ ਸਾਡੇ ਵੱਲੋਂ। ਅਤੇ ਮੈਂ ਬੇਨਤੀ ਕਰਦਾ ਪ੍ਰੈਸ ਸਾਹਿਬ, ਤੁਸੀਂ ਅੱਜ ਦਾ ਇਹ ਜਿਹੜਾ ਵਿਖਿਆਨ ਆਪਣਾ ਇਹ ਸ਼ੁਰੂ ਕਰੋ, ਪੰਜਾਬ ਵਿੱਚ ਜਾਤੀਵਾਦ। ਬਹੁਤ ਬਹੁਤ ਮਿਹਰਬਾਨੀ ਅਵਤਾਰ ਸਿੰਘ ਜੀ, ਬਹੁਤ ਚੰਗਾ ਲੱਗਿਆ ਇਸ ਪਲੇਟਫਾਰਮ ਤੇ ਆ ਕੇ। ਮੇਰੀ ਆਵਾਜ਼ ਠੀਕ ਹੈਗੀ? ਮਤਲਬ ਤੁਹਾਡੀ ਆਵਾਜ਼ ਥੋੜੀ ਵਿੱਚੋਂ ਕੱਟ ਰਹੀ ਸੀਗੀ, ਕਨੈਕਸ਼ਨ ਮੇਰਾ ਖਰਾਬ ਤਾਂ ਨਹੀਂ ਹੈਗਾ ਨਾ? ਨਹੀਂ, ਬਿਲਕੁਲ ਆ ਰਹੀ ਹੈ ਆਵਾਜ਼ ਜੀ। ਅੱਛਾ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਮੈਨੂੰ ਕਿਹਾ ਇਸ ਪਲੇਟਫਾਰਮ ਤੇ ਬੋਲਣ ਨੂੰ, ਤੇ ਆਮ ਵੈਰੀ ਵੈਰੀ ਗਲੈਡ। ਮੈਂ ਕੋਸ਼ਿਸ਼ ਕਰੂੰਗਾ ਪੰਜਾਬੀ ਤੇ ਅੰਗਰੇਜ਼ੀ ਮਿਕਸ ਕੀਤੀ ਜਾਏ। ਮੇਬੀ देयर आर सम पीपल हु विल नॉट अंडरस्टैंड पंजाबी
if there are other people listening to it or would want to hear its recording later on, ਇਸ ਵਾਸਤੇ ਮੈਂ ਕੋਸ਼ਿਸ਼ ਕਰੂੰਗਾ ਪੰਜਾਬੀ ਤੇ ਇੰਗਲਿਸ਼ ਥੋੜਾ ਮਿਕਸ ਕਰਕੇ ਗੱਲ ਕੀਤੀ ਜਾਏ। ਜਿਵੇਂ ਤੁਸੀਂ ਪਹਿਲੇ ਕਿਹਾ ਹੈਗਾ ਕਿ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਪੰਜਾਬ ਵਿੱਚ ਵੀ ਹੈਗੀ, ਹੋਰਾਂ ਪਾਸੇ ਵੀ ਹੈਗੀ, ਤੇ ਅੱਜ ਦੇ ਟਾਈਮ ਇਹ ਕਿਸੇ ਨਾ ਕਿਸੇ ਤਰੀਕੇ ਪਹਿਲੇ ਤੋਂ ਜ਼ਿਆਦਾ ਦਿਖਾਈ ਦੇ ਰਹੀ ਹੈ। ਇਹ ਆਪਣੇ ਆਪ ਵਿੱਚ ਇੱਕ ਬੜੀ ਇੰਟਰਸਟਿੰਗ ਜੀ ਗੱਲ ਹੈਗੀ। ਮੈਂ ਕਿਉਂਕਿ ਇੱਕ ਸਮਾਜ ਸ਼ਾਸਤਰੀ ਹੈਗਾ, ਸੋਸ਼ੀਓਲੋਜਿਸਟ ਹੈਗਾ, ਤੇ ਆਈ ਵੁੱਡ ਲਾਈਕ ਟੂ ਇਨ ਸਮ ਸੈਂਸ ਗੋ ਬਿਯੋਂਡ ਦਾ ਆਈਡੀਆ ਆਫ ਰੋਗ, ਜਿਹੜਾ ਤੁਸੀਂ ਕਿਹਾ ਸੀਗਾ। ਤੇ ਰੋਗ ਜਦੋਂ ਹੁੰਦਾ ਹੈ ਤਾਂ ਮਤਲਬ ਵਨ ਗੈਟਸ ਪ੍ਰੀਆਕੂਪਾਈਡ ਵਿਦ ਰਿਲੀਫ, ਕਿ ਇਸ ਨੂੰ ਠੀਕ ਕਿਵੇਂ ਕੀਤਾ ਜਾਏ। ਉਸ ਪ੍ਰੋਸੈਸ ਦੇ ਵਿੱਚ ਜਿਹੜਾ ਹੈਗਾ ਸਾਡਾ ਇਹ ਵੀ ਹੁੰਦਾ ਹੈ ਕਿ ਕਈ ਸਾਰੇ ਇਸ਼ੂਜ਼ ਜਿਹੜੇ ਆ ਫਿਰ ਅਸੀਂ ਉਹਨੂੰ ਸਾਈਡਲਾਈਨ ਕਰ ਦਿੰਦੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕਾਸਟ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਇੱਕ ਤਾਂ ਪਪੂਲਰ ਵਿਊ ਜਿਹੜਾ ਤੁਸੀਂ ਬਿਆਨ ਕੀਤਾ ਹੁਣੇ, that is already kind of known to everyone, that caste basically means varna means ਚਾਰ ਵਰਨ, ਇੱਕ ਪੰਜਵਾਂ ਜਿਹੜਾ ਸੀਗਾ ਵਰਨ ਤੋਂ ਬਾਹਰ ਸੀਗੇ, ਛੂਤ ਜਿਹਨੂੰ ਕਹਿੰਦੇ ਸੀਗੇ, ਤੇ ਫਿਰ ਖਾਲਸਾ ਆਇਆ, ਖਾਲਸਾ ਪੰਥ ਜਿਹੜਾ ਉਹਨੂੰ ਓਵਰਕਮ ਕਰਨਾ ਸੀਗਾ, ਉਹ ਹੋਇਆ ਵੀ ਕੁਝ ਸਮੇਂ ਵਾਸਤੇ, ਫਿਰ ਲੱਗਦਾ ਸਾਨੂੰ ਵਾਪਸ ਆ ਗਈ ਸਮੱਸਿਆ। ਸੋ ਆਈ ਥਿੰਕ ਦੇਰ ਇਜ਼ ਅ ਕੰਟੈਕਸਟ, ਆਈ ਥਿੰਕ ਉਸ ਚੀਜ਼ ਨੂੰ ਜਿਹੜਾ ਹੈਗਾ, ਹਾਊ ਡੂ ਵੀ ਗੋ ਬਿਯੋਂਡ ਦਿਸ ਪਪੂਲਰ ਵਿਊ ਆਫ ਕਾਸਟ। ਮੇਰੀ ਜਿਹੜੀ ਅੰਡਰਸਟੈਂਡਿੰਗ ਹੈਗੀ, ਮੈਂ ਪਿਛਲੇ ਕਰੀਬਨ 30 ਸਾਲਾਂ ਤੋਂ ਕਾਸਟ ਤੇ ਕੰਮ ਕਰ ਰਿਹਾ। ਆਈ ਸਟਾਰਟ ਨਾ 30 ਤਾਂ ਨਹੀਂ ਕਰ 20-22 ਸਾਲ ਹੋ ਗਿਆ ਮੈਨੂੰ ਕਾਸਟ ਤੇ ਕੰਮ ਕਰਦੇ ਆ। ਉਸ ਤੋਂ ਪਹਿਲੇ ਮੈਂ ਕੁਝ ਹੋਰ ਕੰਮ ਕਰਦਾ ਸੀਗਾ, ਤੇ ਮੇਰੀ ਜਿਹੜੀ ਅੰਡਰਸਟੈਂਡਿੰਗ ਡਿਵੈਲਪ ਹੋਈ ਆ, ਆਈ ਥਿੰਕ ਦੈਟ ਟੇਕਸ ਅਸ ਬਿਯੋਂਡ this notion of caste as disease. Caste is a structural reality. It in some sense is shaped by other things that exist in society, and in the process it also shapes many other things. ਜਿਹੜਾ 17ਵੀਂ ਸ਼ਤਾਬਦੀ ਜਾਂ 16ਵੀਂ ਸ਼ਤਾਬਦੀ ਦਾ ਕੰਟੈਕਸਟ ਸੀਗਾ, ਉਹ ਆਪਣੇ ਆਪ ਵਿੱਚ ਇੱਕ ਵੱਖਰਾ ਕੰਟੈਕਸਟ ਸੀਗਾ। ਜਿਹੜਾ ਗੁਰੂਆਂ ਨੇ ਕੀਤਾ ਉਹ ਬੜਾ ਰਿਮਾਰਕੇਬਲ ਕੰਮ ਸੀਗਾ, ਉਹਦਾ ਅਸਰ ਅਜੇ ਵੀ ਹੈਗਾ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਉਹਦਾ ਤੁਸੀਂ ਬਰਡਨ ਨਾ ਤਾਂ ਗੁਰੂਆਂ ਤੇ ਪਾ ਸਕਦੇ ਹੋ, ਨਾ ਬਾਣੀ ਤੇ ਪਾ ਸਕਦੇ ਹੋ, ਨਾ ਖਾਲਸੇ ਤੇ ਪਾ ਸਕਦੇ ਹੋ। ਉਹਦਾ ਬਰਡਨ ਸਾਡੇ ਤੇ ਹੁੰਦਾ ਹੈਗਾ। ਸੋ ਵੀ ਨੀਡ ਟੂ engage with the realities of caste, and we can do that only by understanding the realities of caste. ਤੇ ਅਜੋਕਾ ਜਿਹੜਾ ਜ਼ਮਾਨਾ ਹੈਗਾ, ਅਜੋਕਾ ਟਾਈਮ ਜਿਹੜਾ ਹੈਗਾ, we are living in a kind of globalized world. ਜੋ ਕੁਛ ਅੰਮ੍ਰਿਤਸਰ ਵਿੱਚ ਹੁੰਦਾ ਹੈਗਾ, ਉਹਦਾ ਇਨਫਲੂਐਂਸ ਤੁਹਾਨੂੰ ਬਰਮਿੰਗਮ ਵਿੱਚ ਤੇ ਨਿਊਯਾਰਕ ਵਿੱਚ ਵੀ ਦਿਖਾਈ ਦੇਗਾ। ਜੋ ਚੀਜ਼ ਸੈਨ ਫਰਾਂਸਿਸਕੋ ਜਾਂ ਸਿੰਗਾਪੁਰ ਵਿੱਚ ਹੁੰਦੀ ਆ, ਉਹਦਾ ਅਸਰ ਤੁਹਾਨੂੰ ਅੰਮ੍ਰਿਤਸਰ ਵਿੱਚ ਦਿਖਾਈ ਦੇਗਾ। ਵੀ ਆਰ ਇਨ ਮਿਸਟ ਆਫ ਪੈਂਡੈਮਿਕ, ਜਿਹੜੀ ਇੱਕ ਬਿਮਾਰੀ ਸ਼ੁਰੂ ਹੋਈ ਸੀਗੀ ਕਿਸੇ ਛੋਟੀ ਜਿਹੀ ਜਗ੍ਹਾ ਤੋਂ, ਚਾਈਨਾ ਤੋਂ, ਤੇ ਵੀ ਆਰ ਸੀਇੰਗ ਹਾਊ ਦ ਹੋਲ ਵਰਲਡ ਇਜ਼ ਬੀਇੰਗ ਰੀਸਟਰਕਚਰਡ। So I think things like caste need to be taken away from the way we have understood so far. We tend to kind of go back to past, go back to Rigved, go back to Manusmriti, or go back to some kind of ancient tradition, and then we think about caste, when we imagine about caste. ਉਹ ਜਿਵੇਂ ਤੁਹਾਡੇ ਪੋਸਟਰ ਤੇ ਵੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਬਣਾਇਆ ਸੀਗਾ ਕਿ ਅਜੇ ਵੀ ਉਹ ਜਿਹੜਾ ਮਨੂ ਦਾ ਜਿਹੜਾ ਆਵਾਜ਼ ਹੈਗਾ ਉਹ ਚੱਲ ਰਿਹਾ। ਕਿਸੇ ਲੈਵਲ ਤੇ ਉਹ ਸੱਚਾਈ ਹੈਗੀ, ਪਰ ਜੇ ਆਪਾਂ ਉਸ ਨੂੰ ਉਸੇ ਲੈਵਲ ਤੇ ਦੇਖਾਂਗੇ ਤੇ ਜਿਹੜੀ ਅੱਜ ਦੀ ਰਿਐਲਿਟੀ ਕਾਸਟ ਦੀ ਹੈਗੀ, ਜਿਹੜੀ ਅੱਜ ਦਾ ਗਲੋਬਲਾਈਜ਼ਡ ਕਮੋਡੀਫਾਈਡ ਦੁਨੀਆ ਹੈਗੀ, ਜੀਵਾਦ ਜਿਹਨੂੰ ਕਹਿ ਲਓ ਜਾਂ ਮਾਡਰਨ ਸੁਸਾਇਟੀ ਕਹਿ ਲਓ, ਜਾਂ ਜਿਹੜਾ ਨੇਸ਼ਨ ਸਟੇਟ ਦਾ ਨਵਾਂ ਸਿਸਟਮ ਹੈਗਾ, ਜਿੱਥੇ ਤੁਹਾਨੂੰ ਸਿਟੀਜ਼ਨਸ਼ਿਪ ਦਾ ਪ੍ਰੋਮਿਸ ਕੀਤਾ ਗਿਆ ਹੈਗਾ, constitutional democracy. So the context of caste today is very different from what it used to be even 100 years back, or 200 years back, or 300 years back. I would say it is different even from what it used to be, say, 30 or 40 years back. ਤੇ ਉਸ ਇਤਿਹਾਸ ਦੇ ਬਾਰੇ ਮੈਂ ਥੋੜਾ ਜਿਹਾ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗਾ। ਕੋਸ਼ਿਸ਼ ਕਰਾਂਗਾ ਮੈਂ 40-50 ਮਿੰਟਾਂ ਦੇ ਵਿੱਚ ਜਾਂ 1 ਘੰਟੇ ਦੇ ਵਿੱਚ ਗੱਲ ਆਪਣੀ ਖਤਮ ਕਰਾਂ, ਤੇ ਉਸ ਤੋਂ ਬਾਅਦ ਜੇ ਕੋਈ ਸਵਾਲ ਹੈਗੇ ਜਾਂ we can have some discussion. ਅੱਜ ਕਾਸਟ ਦੀ ਗੱਲ ਕੌਣ ਕਰਦਾ ਹੈਗਾ? ਇਹ ਗੱਲ ਮੈਨੂੰ ਦਾ ਸਟਾਰਟਿੰਗ ਪੁਆਇੰਟ ਹੋਣੀ ਚਾਹੀਦੀ ਹੈ। Who wants to talk about caste and who does not want to talk about caste? There are lots of people who would say that caste ਦੀ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਵਿੱਚ ਵੀ ਜਿਵੇਂ ਤੁਸੀਂ ਕਹਿ ਰਹੇ, ਕਾਫੀ ਦਿਨਾਂ ਤੱਕ ਅਸੀਂ ਕਾਸਟ ਦੀ ਗੱਲ ਨਹੀਂ ਕੀਤੀ।
ਮੈਨੂੰ ਯਾਦ ਹੈ ਕਿ ਇੱਥੇ ਮੈਂ ਜਦੋਂ JNU ਦੇ ਵਿੱਚ ਆਪਣੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਕਾਸਟ ਤੇ, ਇੱਕ ਮੇਰਾ ਕਲੀਗ ਹੈਗਾ, ਉਹਨੇ ਮੈਨੂੰ ਬਿਲਕੁਲ ਮੂੰਹ ਤੇ ਕਿਹਾ ਜੀ ਤੁਸੀਂ ਕਾਸਟ ਦੀ ਗੱਲ ਕਰਦੇ ਹੋ, ਇਸੇ ਵਾਸਤੇ ਕਾਸਟ ਹੈਗੀ, ਕਾਸਟ ਦਾ ਬੈਸਟ ਸੋਲੂਸ਼ਨ ਹੈਗਾ ਕਿ ਕਾਸਟ ਦੀ ਗੱਲ ਹੀ ਨਾ ਕਰੋ, ਜਾਂ ਆਪਾਂ ਗੱਲ ਕਰਾਂਗੇ ਤਾਂ ਫਿਰ ਉਹ ਜਿਹੜਾ ਤੁਸੀਂ ਇਹੀ ਸੋਚੋਗੇ ਕਿ ਜਿਹੜਾ ਰਿਜ਼ਰਵੇਸ਼ਨ ਸਿਸਟਮ ਹੈਗਾ ਜਾਂ ਪੋਲਿਟਿਕਸ ਹੈਗੀ, ਕਿਉਂਕਿ ਪੋਲੀਟੀਸ਼ੀਅਨਸ ਦੇ ਵਾਸਤੇ ਕਾਸਟ ਬਹੁਤ ਯੂਜ਼ਫੁਲ ਚੀਜ਼ ਹੈਗੀ ਤੇ ਇਸੇ ਵਾਸਤੇ ਐਗਜ਼ਿਸਟ ਕਰਦੀ ਆ, ਜਾਂ ਰਿਜ਼ਰਵੇਸ਼ਨ ਹੈਗੀ ਜੇ ਸਰਕਾਰੀ ਪਾਲਿਸੀ ਨਾ ਹੋਏ ਤਾਂ ਕਾਸਟ ਐਗਜ਼ਿਸਟ ਨਹੀਂ ਕਰੇਗੀ। ਇਹ ਕੋਈ ਆਮ ਸੋਚ ਨਹੀਂ ਹੈਗੀ, ਇਹ ਕਿਸੇ ਨਾ ਕਿਸੇ ਲੈਵਲ ਤੇ ਸਰਕਾਰ ਦੀ ਵੀ ਸੋਚ ਹੈਗੀ। ਇੱਕ ਪੂਰੀ ਜਿਹੜੀ ਮਾਡਰਨ ਸੁਸਾਇਟੀ ਉਹਦੀ ਸੋਚ ਇਹੀ ਹੈਗੀ। ਇਸੇ ਕਰਕੇ ਅਜੇ ਤੱਕ ਸਾਡੇ ਕਾਸਟ ਦਾ ਸੈਂਸਸ ਨਹੀਂ ਹੁੰਦਾ, ਹਾਲਾਂਕਿ ਕਚਹਿਰੀਆਂ ਕਹਿੰਦੀਆਂ ਹੈਗੀਆਂ ਤੁਸੀਂ ਜੋ OBC ਨੂੰ ਰਿਜ਼ਰਵੇਸ਼ਨ ਦੇਣੀ ਹੈਗੀ ਤਾਂ ਸਾਨੂੰ ਡੇਟਾ ਚਾਹੀਦਾ, ਤੇ ਉਹ ਡੇਟਾ ਸਰਕਾਰ ਇਕੱਠਾ ਨਹੀਂ ਕਰਦੀ। ਉਹ ਹਾਲਾਂਕਿ ਸੈਂਸਸ ਕਰਵਾਇਆ ਵੀ ਸਹੀ ਉਹਨਾਂ ਨੇ, ਪਰ ਤਾਂ ਵੀ ਉਹਦੀ ਗੱਲ ਨਹੀਂ ਕਿਉਂ ਨਹੀਂ ਕੀਤੀ ਜਾਂਦੀ, ਹਾਲਾਂਕਿ ਕਾਸਟ ਸਾਹਮਣੇ ਦਿਖਾਈ ਵੀ ਦਿੰਦੀ ਹੈਗੀ। ਜਦੋਂ ਅਸੀਂ ਇਸ ਫਰੇਮ ਦੇ ਵਿੱਚ ਕਾਸਟ ਦੀ ਗੱਲ ਕਰਦੇ ਹਾਂ ਕਿ ਭਾਈ ਕਾਸਟ ਇਜ਼ something that belongs to the past and it ought to have gone away, it's because of quotas, because of politics that we have caste, we end up also putting the burden of its existence on its victims. That there are certain people who want to talk about caste because they think that they should be pampered, and if they don't talk about caste then society would be much better. Now this is a typical elite way of talking about caste. ਜਿਹੜੇ privileged position ਦੇ ਵਿੱਚ ਹੈਗੇ, ਜਿਨ੍ਹਾਂ ਦੇ ਕੁਝ ਸਾਰਾ ਕੁਝ ਹੈਗਾ, they don't want to talk about caste because ਉਹ ਜਿਹੜਾ ਉਹਨਾਂ ਦੇ ਕੋਲ ਸਾਰਾ ਕੁਝ ਹੈਗਾ ਉਹ ਕਿਧਰੇ ਨਾ ਕਿਧਰੇ ਉਹਨਾਂ ਦੀ ਜਿਹੜੀ privileges ਹੈਗੀਆਂ ਉਹ expose ਹੋਣ ਦਾ ਡਰ ਹੈਗਾ। ਤੇ I think we need to kind of foreground this point that today the question of caste is coming from below. It is being talked about by people who are at its receiving end, and they do not want to talk about caste because they love caste. It is because they suffer caste. I think that is it's not simply a political point that I'm making. Historically also ਜਿਹੜੀ ਮੇਰੀ ਆਪਣੀ ਆਰਗੂਮੈਂਟ ਹੈ, ਜਿਹੜੀ ਮੈਂ ਕਿਤਾਬਾਂ ਦੇ ਵਿੱਚ ਲਿਖਿਆ ਆਪਣੀਆਂ ਦੇ ਵਿੱਚ, that we are in the third moment of caste. ਜਦੋਂ ਕਿ ਜੇ ਮੈਂ ਦੱਸਾਂਗਾ ਮੇਰੀ ਆਪਣਾ ਸਟੱਡੀ ਸ਼ੋ ਕਰਦੀ ਹੈਗੀ, ਜਿਹੜਾ ਪੁਰਾਣੇ ਰਿਲੇਸ਼ਨਲ ਸਟਰਕਚਰ ਸੀਗੇ ਕਾਸਟ ਦੇ ਉਹ ਸਾਰੇ ਡਿਸਇੰਟੀਗ੍ਰੇਟ ਹੋ ਗਏ ਆ, ਬਟ ਜਿਹੜੀਆਂ ਰਿਐਲਿਟੀਜ਼ ਹੈਗੀਆਂ ਕਾਸਟ ਦੀਆਂ ਇਨ ਟਰਮਸ ਆਫ ਇਨਇਕੁਆਲਿਟੀ, ਐਕਸਕਲੂਜਨ, ਦੇ ਪਰਸਿਸਟ। ਤੇ ਇਸ ਵਾਸਤੇ ਪਹਿਲੇ ਤਾਂ ਇਸ ਨੂੰ ਪਲੇਸ ਕਰਨਾ ਪੈਣਾ ਹੈਗਾ ਕਿ ਅਸੀਂ ਜਿਹੜਾ ਹੈਗਾ ਕਾਸਟ ਨੂੰ ਆਪਣਾ ਜਿਹੜਾ ਸੋਸ਼ਲ ਲਾਈਫ ਹੈਗੀ, ਬਾਕੀ ਜਿਹੜੇ ਨੈਰੇਟਿਵ ਹੈਗੇ ਉਹਦੇ ਵਿੱਚ ਕਿਵੇਂ ਆਈਡੈਂਟੀਫਾਈ ਕਰੀਏ, ਤੇ ਆਈਡੈਂਟੀਫਾਈ ਕਰੀਏ ਕਿ ਕਾਸਟ ਦੇ ਕੌਨਸੀਕੁਐਂਸਿਸ ਕਿਹਦੇ ਵਾਸਤੇ ਕਿਵੇਂ ਹੈਗੇ। ਜੇ ਉਹਦਾ ਵਿਕਟਿਮ ਹੈਗਾ ਤਾਂ ਉਹਦਾ ਬੈਨੀਫੀਸ਼ੀਅਰੀ ਵੀ ਹੈਗਾ। ਇੱਕ ਜਿਹੜੀ ਮਤਲਬ ਡਿਸਟ੍ਰੀਬਿਊਸ਼ਨ ਹੈਗਾ ਸੋਸਾਇਟੀ ਦੇ ਵਿੱਚ, ਕਿਵੇਂ ਉਸ ਨੂੰ ਕਾਸਟ ਚੈਨਲਾਈਜ਼ ਕਰਦੀ ਹੈਗੀ। ਇਹ ਆਪਣੇ ਆਪ ਵਿੱਚ ਇੱਕ ਪੋਲੀਟੀਕਲ ਪੁਆਇੰਟ ਵੀ ਹੈਗਾ ਤੇ ਐਕੈਡੈਮਿਕ ਰਿਸਰਚ ਪੁਆਇੰਟ ਵੀ ਹੈਗਾ, ਤੇ ਇਹ ਸਟਾਰਟਿੰਗ ਪੁਆਇੰਟ ਹੈ ਮੇਰੇ ਵਾਸਤੇ। ਐਂਡ ਵੀ ਆਲਸੋ ਨੀਡ ਟੂ ਸੇ ਹੂ ਫੀਲਸ ਅਨਕੰਫਰਟੇਬਲ ਵਿਦ ਡਿਸਕਸ਼ਨ ਆਫ ਕਾਸਟ। ਕਾਫੀ ਦੇਰ ਤੱਕ ਜਿਵੇਂ ਮੈਂ ਤੁਹਾਨੂੰ ਹੁਣੇ ਕਿਹਾ ਸੀਗਾ ਕਾਸਟ ਦੀ ਗੱਲ ਨਹੀਂ ਕੀਤੀ ਗਈ, ਹੁਣ ਵੀ ਨਹੀਂ ਕੀਤੀ ਜਾਂਦੀ। ਕਾਫੀ ਜਗ੍ਹਾ ਤੇ ਜਿਹੜੇ ਮਾਡਰਨ ਸਪੇਸ ਹੈਗੇ ਤੁਸੀਂ ਕਹੋਗੇ ਇੱਥੇ ਕਾਸਟ ਦੀ ਗੱਲ ਕਿਉਂ ਕਰਦੇ ਹੋ, ਐਂਡ ਦੈਟ ਕੁਡ ਬੀ ਐਨੀਵੇਅਰ। ਫਿਰ ਇਹ ਹੁੰਦਾ ਕਿ ਕਿਉਂ ਗੱਲ ਕਰੀਏ ਕਾਸਟ ਦੀ। I think ਹਾਲਾਂਕਿ ਮੈਂ point I've already made this point, but I think this is important to kind of open it up. Why do we talk about caste today, or why should we talk about caste today? I think the way in the opening remarks Avtar Singh ji framed it, that it is at some kind of a disease, and one can expand this idea of disease in the sense that it kind of is disease for some people. It in some sense produces exclusions, it produces inequalities, it produces marginalization in a society which is based on the promise of citizenship. That ਸਾਡੀ constitutional democracy ਹੈਗੀ, ਉਸ constitutional democracy ਦੇ ਵਿੱਚ ਜਿਹੜੀ ਅੱਜ ਦੀ ਕਾਸਟ ਗੱਲ ਹੈਗੀ, it's an illegitimate institution. It ought not be there, right? And I think that is the context in which we are talking about. We are talking about caste not because it is our tradition, it is something that we have inherited from past, and we must protect it or must be in some sense celebrated. That is, nobody is doing that, even though there are lots of people who do it effectively in their everyday life, but that is not the way publicly it is talked about. So given this context ਕਿ ਜਦੋਂ ਅਸੀਂ ਕਾਸਟ ਦੀ ਗੱਲ ਕਰਦੇ ਹਾਂ ਉਹਦੇ
ਉਹਦੇ receiving end ਤੇ ਕੁਝ ਲੋਕ ਹੈਗੇ, ਕੁਝ ਲੋਕਾਂ ਦੀ ਉਹ privilege ਹੈਗੀ. It makes caste at some level a difficult subject. It's not as simple as many other subjects would be. For example, if you're looking at process of Punjab's urbanization or industrialization, or even something like agriculture, how many people are employed in agriculture, what proportion of your income comes from non-farm economy, and how many people are in some sense pluri-active, as we talk about these days. ਕਿੰਨਿਆਂ ਦਾ internal difference ਜਿਹੜਾ diversification ਹੋ ਚੁੱਕਿਆ ਹੈਗਾ, ਹੋਰ employment ਦੇ source ਕੀ ਹੈਗੇ, or we talk about education. Caste is not like that. Caste is closer to subjects like gender, because caste involves questions of life and death, and therefore it is not very simple and easy to talk about caste, and therefore one needs to in some sense also recognize the experiential aspect of caste. All of us not only observe caste, we observe and experience caste very differently because we are located in different locations. ਇਹਦਾ ਮਤਲਬ ਇਹ ਨਹੀਂਗਾ ਕਿ ਸਿਰਫ ਜਿਹੜਾ ਦਲਿਤ ਹੈ ਉਹੀ ਕਾਸਟ ਦੀ ਗੱਲ ਕਰ ਸਕਦਾ ਹੈ, ਜਾਂ ਜਿਹੜਾ ਪੰਡਤ ਹੈ ਉਹੀ ਕਾਸਟ ਦੀ ਗੱਲ ਕਰ ਸਕਦਾ ਹੈ. But the point I'm making is just the opposite of it, that we need to at some level be far more sensitive and far more open to questions of caste, because we come from multiple locations, and those locations at some level also shape our opinions, and we need to question where do we come from. And if you are an urban upper caste, or if you're a Jat, or if you are from another privileged caste, your experience of caste has been very different from the way, say for example, if you are a lower Dalit, and Dalits also, say if you are a kind of Adami in Dwaba who could be a very rich person, even though he or she could talk about caste, but for him the experience of caste would be very different from somebody who is a scavenger in Jalandhar and who has to go down deep and clean the gutter, and very often you don't come out alive. So in some sense we need to also kind of not impose our own common sense on questions of caste when it is being articulated by different people. And I think that also becomes essential if we want to talk about caste. Another point, which is in some sense a repetition of what I've just said, and that is that we must recognize that the present context of caste is the context of modernity. And we are already in that modern context, and modernity at some level produces all kinds of paradoxes. And those paradoxes are because we are located in our own local historical context, and we have a framework with which we identify at moral level, or with which our constitutional democracy identifies, which doesn't belong to us, which comes from elsewhere. ਇਸ ਵਾਸਤੇ ਜਦੋਂ ਅੱਜ ਅਸੀਂ ਕਾਸਟ ਦੀ ਗੱਲ ਕਰਦੇ ਹਾਂ ਤਾਂ it is very difficult to not take that into account, that there is something called European modernity, which in some sense envisages a particular view of life, which is individualized, which is free, which is in some sense quote unquote rational, which is also very problematic because it is also hegemonic. It also means that it's only the white man who can be modern, and we only have to try to become like them. But that's a context which we can't deny, right? If we are talking about modernity as democracy, as citizenship, this is something that everybody cherishes. I mean, we may like to have our tradition and hierarchies while living in India or in Punjab, but the moment we go to another country, we want to be treated equal. We don't want to be seen as outsiders, as foreigners, as people who are incapable of thinking rationally, or being in any way less than the white man. Let me now take you back to my own experience of how I began to think about caste and how I began to talk about caste. I don't belong to a Dalit community. I don't want to talk about my caste because I think discussion should be beyond that. But I do want to say that I don't think I have had any experience which would be called as being victim of caste.
interest in caste was primarily academic, but at some level also one can say political. Having said that, I think it's important that all of us come to the subject from different kinds of locations and different kinds of experiences, and that experience is on at some level very important. As I said, lived realities are realities that we normally don't reflect on. This is how the way of life is, and you don't really think about so many things. For example, बहुत time लगा सीगा जद्दोजहद लगी सी ਜਦੋਂ people started talking about gender, that relationship between men and women are not simply intimate relationship of family life. They could also be political. They could also be relations of inequality and power. Even questions of sexuality began to be talked about politically. That took some time. And similarly, we don't really think about mother is mother, sister is sister, wife is wife, daughter is daughter. And why should we talk about that in academic or political language? I think the same kind of, as I said, in terms of caste, you grow up in your own social context, what Pierre Bourdieu, French sociologist, calls as habitus, ਮਾਹੌਲ ਜਿਸਨੂੰ ਆਪਾਂ ਕਹਿੰਦੇ ਆ ਆਪਣੇ ਮਾਹੌਲ ਦੇ ਵਿੱਚ ਆਪਾਂ ਜੰਮਦੇ ਆ ਵੱਡੇ ਹੁੰਦੇ ਆ ਉਸ ਮਾਹੌਲ ਨੂੰ ਆਪਾਂ critically reflect ਨਹੀਂ ਕਰਦੇ. You don't reflect on how you might have opinion on it, you might dislike your family, or you might feel very proud of your family, but we don't really reflect on it generally, normally layperson. So same was with me, and I remember initially I studied economics. Economics was straightforward, and then I shifted to sociology. And it was somewhere in the mid-80s when I was being taught in a classroom of sociology in University of Pune. That's where I did my MA. And then I came to Chandigarh where I did my PhD. So in Pune, I remember in the classroom, a teacher came and he told us about the whole kind of 1 week we talked about caste. And that was the way we started the classical discussion on caste. We have a sociologist or anthropologist called Louis Dumont, who has conceptualized caste in terms of the idea of purity and pollution and how it is embedded in Hindu religion. And it is an ideological system to which everyone subscribes. So, and that is a common sense about caste at many levels, that caste is not something which is superimposed by anyone. It is not a power relation. It is a culture. It's culture to which even those who are its victims subscribe, not only subscribe, they would also very actively promote it, because we say that Varna hierarchy also is justified by the idea of karma. And that karma, at some level, if you don't do your karma properly, then in next janam, you would have to pay price for it. And everybody wants to kind of, be committed to that life, and that in some sense keeps the Hindu society going. And then obviously you start with this whole idea of Brahmin being at the top, followed by Kshatriya, followed by Vaishya, followed by Shudra, followed by Ati Shudra, and the Brahmin was the superior most, followed by these class of militants who all the time fight on the border or with each other, whatever. Now, honestly, when I heard this in very academic form, I felt very uncomfortable. I kind of didn't like it. I thought that it was nonsense, right? I've grown up in Punjab or Punjabi context. And how does Brahmin become superior? How does Brahmin become the uppermost caste, right? Brahmin is somebody whom we went and gave some food every time there was some occasion, and it was always a kind of, you have this notion of Brahmin, Punjabi Shodha kande, somebody who's very kind of vulnerable, very weak, and very dependent. Now things have changed. When I was young child, I think 30 years back, some Brahmins would also have some role in ritual life of the Sikhs, and this is something which has also been documented by anthropologists. Death rituals, for example, would be performed by Brahmins in many Punjabi villages and Sikh families also. But they were like, you can't call them Dalits, but nobody would think of Brahmin as being superior to a Jat Sikh or a Khatri Sikh in urban India. So this was something which kind of was very alien to me. I mean, I honestly felt very... And then this whole question about untouchables at some level,
being as involved in promotion or reproduction of caste as any other person would be. So one had memories of life, and it didn't really fit into that. And I thought, this is nonsense. If I am going to become a sociologist, the last thing I will do is to study caste. So this was the classical Brahminical view of caste, which in my book call as the first moment of caste. That caste was seen as Hindu tradition, the great Indian tradition, and by implication, it also suggests that anyone who has caste is a Hindu, right? So we have, all of us have caste biradaris, and most of the marriages are within the biradari, and those biradaris are of particular communities. We also have a notion of hierarchy. As I said, I am not Dalit, but I've seen Dalits coming and working, and you think of other communities. Some people are superior, some people are lower to you, and these are discussions that happen in everyday life. But we are not Hindus. I'm not a Hindu, right? I never saw myself as a Hindu, and our family has been very proud Sikh community, and there's a different kind of, as was being talked about, Khalsa is Khalsa. I mean, how can we be Hindus? But caste is there, but that doesn't make us Hindus. I mean, Christianity has caste, or Islam has caste, Muslims have caste, but that doesn't make them Hindus, right? So I also found that conceptualization as very hegemonic, as very kind of, that if you are, India is Hindu, Hindu is India. Later on, when I started researching, it fitted very well. And when I started reading what we call as Orientalism, I'll come to that in a short while. Because Avtar Singh ji was also in Chandigarh around the time when I was. I think this episode is very interesting. Then I went to Chandigarh to do my PhD, and I didn't want to work on caste. I thought I'll work on Sikh identity, but at that time everybody discouraged me from working on Sikh identity, and I ended up doing what everyone else was doing in sociology and economics department, and that was agrarian studies, right? I ended up doing my PhD on debt dependencies, farmers borrowing from Aditiyas and money lenders and banks, and laborers borrowing from farmers and becoming attached laborers. So that work was published in EPW, Economic and Political Weekly. I also published a book out of it. It was quite well discussed, and that gave me initial visibility. But I remember after my PhD, I went to Gujarat for my job, Surat. And I remember in the interview, one person asked me, when I made my presentation, they asked me, what about caste? And I said, yeah, I mean, the caste is there, but that is not what structures social life in rural Haryana. I did my PhD fieldwork in Haryana because Punjab at that time was at the peak of Khalistan movement, and I was discouraged from going there for fieldwork. So I said, caste doesn't really play much role in rural economic life. It was not really something that I know caste is there. I've written a chapter on it, but that's not really, debt dependencies have nothing to do with caste. It's basically a kind of class relationship that was popular at that time, Marxist method. So I remember in 1990, I joined Center for the Study of Social, it's called Center for Social Studies in Surat. And 3 months later, VP Singh introduced Mandal Commission. And when Mandal Commission was introduced, those who were in Chandigarh, they would have seen the kind of protests that were there in Punjab University campus. And many of those photographs were published in newspapers all over the country. And I remember seeing students who were my friends or people I interacted with sitting outside Gandhi Bhavan and washing clothes in the water that was there in Gandhi Bhavan. Basically protesting against Mandal Commission कि अब हमारा क्या होगा? We will have to become cobblers, we'll have to become washermen, we'll have to become, in some sense, like Dalits, right? So these were their privileges, right? How come Mandal take away our privileges? And I remember one of the director or the other person who was sitting in the selection committee at the tea time, he asked me, so Surinder, what do you think about now these photographs now? And I actually had no answer to it. And it was, jisko bola nanga naach siga caste da. That caste was there in Chandigarh, which I thought had nothing to do with caste. I mean, we were kind of thinking of, and I remember lots of people writing about it, people who one thought
they were well-meaning, from M.N. Srinivas to Bipin Chandra, everybody trying to argue that there are certain communities who are privileged and they also have certain, in some sense, skills which should be at some level um, encouraged by the state if we want to have economic development. Basically, don't give quota to OBCs. They were not willing to look at the data which showed that you have this 50% of your population which is in OBC category, or 55% in OBC category, and their representation in government jobs, in corporate sector was virtually negligible. And there was plenty of data to show that. So that is the time when I thought, there was something that we need to kind of think about it. And I remember soon after that, there were several cases of very violent incidents where Dalits were butchered. I happened to shift from Surat in less than a year to Hyderabad. That's where I taught for 8 years. And Hyderabad was in some sense recovering from, I think there were 2 incidents that had happened. One was in Shunduru and the other one was in Karamchedu. And these were both really gory incidents where dozens of Dalits were killed just because somebody, went to cinema hall and sat in a relaxed way that the other person didn't like, and people who were sitting in a relaxed way, they were Dalits, and outside there was violence. And those were stories that were also coming from Bihar. So at some level, I began to realize that we do need to talk about things like this. But since I was from Punjab, Haryana, so I wanted to study my region. And it so happened that in 1998, I shifted back to Chandigarh in Punjab University in Department of Sociology as a reader. And the first thing that I started doing was to look at caste. This is not simply a personal story. I'm saying this because this is a story of a moment when India undergoes a complete shift from 1947 or early 50s till around 1980. We have what we call as the Nehruvian movement. It was a kind of Nehruvian modernity which was grounded on this idea of what one should say, class, industrialization, urbanization, completely devoid of identities, right? We don't talk about questions of ethnic communities, question of gender, question of environment, question of caste included at that time. And it collapses. The moment is obviously introduction of Mandal Commission. Why is Mandal Commission introduced? Because political class saw that underneath the ground was shifting. There was a process of democratization, which was a positive thing, that newer groups who were completely away from power. Most of the power in India was with urban, upper caste, Hindu elite, and that power could not be sustained any longer. So this change had started happening in 1960s itself, and people like Rudolph had talked about how caste can come into democracy. But these were communities which were like what we call as the dominant castes, like for example, Jat Sikhs in Punjab, or Jats in Haryana, or Lingayats in Karnataka, or Marathas in Maharashtra, Patidar Patels in Gujarat. So these communities, because they were resourceful, but they were not regional elite. They were not the upper caste elite like in Punjab we had the Khatri urban elite, or in Delhi we had people from all over the country. They were all urban professionals who were active in the freedom movement. So you have the rise of new regional elite in 1960s to 70s until 80s. By 80s, the power goes down further. And why does it happen? It happens because, for example, if we are talking about Punjab, with Green Revolution, with mechanization of agriculture, the traditional relations begin to disintegrate. I'll talk about it in a short while. And that creates a new kind of space where Dalits begin to move out. This is also the time when you have, in some sense, results of the quota system coming out, and there's a new, what we call as the Dalit middle class coming to the horizon, who begins to speak for itself. And it's actually represented by somebody from Punjab. Kanshi Ram is a very good example of that, who is born in Ropar district,
in a Ramdasiya Sikh family. He's a very proud Sikh, very proud person as such. His father was not a poor person. He does his graduation from Ropar and then goes on to join as a junior scientist in an institute in an organization, a public sector company in Pune, where he doesn't really experience any kind of caste humiliation, but he is angered by humiliation of his co-employee who is a class 4 employee, and then decides to kind of mobilize officers, right, or employees. So there's a new experience of caste which happens in the office, which is an experience of the mobile Dalit, which is an experience of people who have come out of those ground realities, but who are now experiencing caste in a very different kind of context. So he, at some level, is a very important person historically, who at some level symbolizes that moment, which in some sense begins to take shape sometime in the late 80s, but it manifests itself in 90s, and then you have the rise of BSP. So, as I said, caste was talked about during the colonial period by Brahmins very proudly, that this was our tradition. Gandhi was, in some sense, very active defender of caste, and that was that India is a land of Hindus. Hindus believe in Manusmriti, and there's nothing wrong with Varna hierarchy. You can say there is something wrong with untouchability. So Gandhi belongs to that first moment of caste. And in my theorization, the second moment of caste is when dominant castes enter the political domain, where caste is talked about as power, as politics, but then question of humiliation, question of exclusion, question of violence, in some sense, begins to be articulated only in the 90s, when caste begins to be spoken from below by people who have been at the receiving end. So you have very different kind of actors talking about caste, which in some sense is not talking about caste as some kind of tradition, not as electoral politics, but caste as a source of their denial from rights, their denial from citizenship, their denial from resources which legitimately belong to them. And this framework has come out of my own work. Now, let me briefly tell you about my work, which in some sense, as I said, started soon after I kind of landed in Chandigarh. After I reached there, in a few months' time, we have a senior professor, Professor Andre Bete, who happened to visit us in Chandigarh, and we started talking about various things. And he was very excited about my having come to Punjab, and he encouraged me that I should study Punjab. I should do. Yes, I will study. And a few weeks later, I get a letter that he is editing a special issue of a journal, and will I be interested in writing a paper on scheduled castes of Punjab? There was a kind of journal which was bringing out a special issue, and they wanted to do a comparative study of different regions, how scheduled castes have benefited. As I said, my earlier work was completely blind to caste. I was very indifferent to caste because of the way I was taught about it. But when I started looking at literature, there was actually plenty of literature on caste in Punjab, and those who want to read that literature. There were anthropologists who had talked about caste. There were historians who had talked about caste. Somebody like Hugh MacLeod, for example, has a chapter on caste in Punjab and Sikhism in his book, I think, Who is a Sikh? The whole chapter where he talks about how in Punjab you have a caste in urban India, and urban Punjab has a particular kind of caste structure, and rural Punjab has a different kind of caste structure. Urban Punjab is obviously dominated by the Khatri or Aroda, Sikh and Hindus, and then there are other castes. While in rural Punjab, it is the Jat Sikh who is the most superior and powerful caste, and hierarchies of rural Punjab and urban Punjab are different. I think that was an interesting, important point to make. Even before that, you might have heard of this book called Punjabi Century by Prakash Tandon. I'm very fond of a quote that he has in that book, where he talks about frugal Brahmin in Punjabi village,
He's talking about Western Punjabi village where he grew up, that how he always thought that, Brahmins were independent caste and not really very close to Dalits rather than being a superior most caste. Kashiram actually also talks about Brahmins in his context in the same fashion. Then there were other anthropologists who had talked about caste. I think one of the first studies of Punjab, which was done by Satish Sabharwal, who was also professor in JNU in history department. He was an anthropologist. His book was called as Mobile Men, and incidentally, his field work was in Phagwada. And there he talks about, again, he also comments about Spandaks, and he is talking about Ramgadiyas and how Ramgadiyas are being mobile in Punjab and how caste order is changing. And there was Jewish Pettigrew who also studied rural Punjab, and there were several other studies which I have reviewed elsewhere. But I think the most important book that I kind of referred to was Mark Juggensbeer work on Adhara movement. I think Adhara movement study was very, very interesting. Besides this, there were also people from my department, for example, Victor D'Souza, who set up the department. He had also done some study. P.N. Pimple had done some study on scheduled caste students. Satish Sharma, who was student of P.N. Pimple, also did his PhD on Arya Samaj movement and caste. And there were several other people who had, before I started working on it. After me, again, there are lots of people who have been working and they're currently working, have done very good work. But I think this is the literature that I kind of came across. And I remember I was kind of convinced that things have changed in Punjab. And I titled my paper with the kind of very interesting word, Prejudice Without Pollution, with a question mark, that I'm still exploring. But what you see in Punjab, you don't have so much of pollution, so much of untouchability, but the prejudice is very strong. Prejudice against communities who are quote unquote lower in hierarchy. And I personally think this continues to be the case even today. And this is kind of increasingly the reality all over. So now prejudice is not something to be taken lightly, because prejudice produces discrimination. And that is the ground on which we need to talk about caste today, that how identity-based discrimination at some level happens through caste. Now, this was broadly what in social sciences we call as review of literature. I had spoke to some people casually, but didn't do my field work. Fortunately for me, there was a study that was being planned by ActionAid India with people like Ghanshyam Shah and S.K. Thorat and Mandar, who is a civil rights activist. They were planning to do a study of untouchability in rural India. And I was approached to do a survey in Punjab, and I immediately agreed. So in 1990, 2000, I did a kind of extensive survey of 51 villages from the entire Punjab with a team of scholars. So Manjeet Singh from sociology department helped me. There was an organization in Philor, Volunteers for Social Justice, led by Jay Singh. They also helped me. So we did this survey of 51 villages and tried to, in some sense, map the practice of untouchability, its nature. And as I had initially thought, things had changed. And I'll come to that point in a short while. Then I kind of, in 2001, I shift to Delhi, but I continued working in Punjab. And there was a very interesting incident in those who want to write history of caste in Punjab in the recent time. The incidents of Talhan was very, very important. And when Talhan happened, this was at some level a very interesting kind of flashing point when caste in some sense comes out publicly in form of conflict between Dalits and Jats in rural India, rural Punjab. And I visited Talhan. I spent some time there and I kind of did my survey and I published a paper. My field work on 51 villages was also published in Economic and Political Weekly in 2002. That was, all my papers are available on researchgate.org if you are interested in reading them. So in Talhan, we saw how my argument was that common resources of the village, which are common resources, therefore they ought to belong to everyone, but they have been
monopoly of the dominant caste, which is Jat Sikhs. And the conflict had happened because Dalits had begun to make their own claim over those common resources, because they were not tied to agriculture any longer. Now, incidentally, this very closely tied to my earlier work on Punjab, which was based on those 51 villages. And I had argued on the survey that we did that there is a process of, I called it dissociation, distancing, and autonomy. That caste and occupation were no longer associated. For example, carpenters were Ramgadiyas. Ramgadiyas left villages. Who became carpenters? Some other person from any community. It could be invariably somebody from quote unquote scheduled caste or untouchable community who would become a carpenter in the village. Similarly, these other people who were providing services to farmers, they were no longer required because tractors had come. Lohar, for example, blacksmith, were not required any longer. So those occupations had anyway become redundant. Nobody wanted to pick up dead cattle, right, which was occupation of a particular caste group. So those occupations were commercialized. So there was a thekedar in the town who would take off the village, and then people would basically pay. Even scavenging job, which was the job exclusively tied to caste, but that had also become contractualized. So you don't really have the kind of notion that you have that caste means occupation. That doesn't exist. It actually never existed. This was also a misnomer. Right? Jat da ki occupation hai? Jat da occupation kuch bhi nahi hai. Unhone de caste de hisab nal. Jat bane zamindar because they were Jats. Right? So there was no logic that you find in Varna system or Manusmriti that would explain Jats being cultivators. Right? And they were not just cultivators, they were also zamindars. So it had historically evolved relationship. Jats are not Shudras, right? Some people would say that all the cultivators are Shudras, therefore Jats. Jats are upper caste of Punjab. Jat is not Shudra. Jat is the ruler, right? I mean, Ranjit Singh also identified himself to be Jat, even though apparently he was not. But otherwise also Maharaja Patiala would identify himself to be Jat. So Jats were ruling caste. They were not in some sense a Shudra caste. So it doesn't work in Punjab, right? That's point I'll come to later. But for example, Mazhabis, right? Or in double quotes in colloquial language, in a negative language, which is illegal, we use a different term for them. Right? Now, if you look at their population in Malwa, they are very large. I mean, again, scheduled castes are, in Doaba you would find mostly people from Chamar cluster. In Malwa you would find mostly Mazbi Valmiki cluster. In Majha it is more or less mixed, but 90% of them historically, even in the 17th century, were involved in agriculture as cultivators. They are sharecroppers. Mostly they are bonded laborers or servants or laborers. Only 10% were required to do the scavenging work. All the scavenging work was done by them, which is still the case. It is done by them, but it is done contractually. Another thing that I had observed, which I wrote in my paper, that there was a process of distancing, which had happened after Green Revolution. With Green Revolution, they were not required to do the work for cultivators, because you have tractors, you have all the kind of support available from the city. So Dalits had very actively and very consciously begun to move away from agrarian economy. Right? They didn't want to work as attached laborers. By 99, 2000, there were very few Dalits who were working as Sajis or Siris, as they are called in Punjab, with farmers. Right? Most of them occasionally did casually work at the time of harvesting, but otherwise they would do all kind of odd jobs. And third, they were also working on building their own communities, which included having a Gurdwara of their own. Wherever they had resources, Ravidasis and Ramdasiyas would have separate Gurudwaras. Ravidasis would also have a picture of Ambedkar, and Valmikis may also have a picture of Valmiki in their Gurudwara. But they would want to have their own separate Gurudwara, and they very openly said that
we experienced discrimination in the village Gurudwara, which is a Gurudwara of the Jat Sikhs. So all these things had produced a kind of autonomy and agency, which enabled them to make claims over common resources of the village, which we saw in Talhan. And this was a very interesting kind of process, which then again manifests itself in my following study, which I did around 2005, 2006. We surveyed 6 villages where conflict was going on, in villages in Sangrur district, in Nawashahar, Talan we had already studied. I think there was one village in Majha region also. And in all these places, conflict was more or less on these lines, that, Panchayat land, for example, which was earlier, even though it had to be given to Dalits, but Dalit would be an attached laborer of a big farmer. So therefore the land would remain under the control of the big farmer. And that could not be reproduced any longer. And that led to violence, that led to all kinds of conflicts. And so that at some level also led to an autonomous identity formation. That was the last work I did on Punjab, which was Ravidasis, right? Ravidasis are very well organized community. I published a paper in 2009 on Ravidasis, and when this thing had happened in Austria, one Ravidasi, visiting Ravidasi guru was killed, that how this autonomization was producing a kind of communitarian conflict among Dalits, which in some sense subsided after that, as I had at some level also predicted. What was unique about Talan, I think that is a very important point, something that I started with. It was a new kind of assertion where Dalit was becoming autonomous, and Dalit began to see himself, it is not herself, it is mostly male Dalit, through the eyes of the constitution, right? So they don't think of themselves as being Dalits. They never thought that they were destined to be Dalits, but yes, you come to accept your position. But I think this was the moment when they saw themselves through the eyes of Ambedkar, through the eyes of constitution, and they saw themselves as citizens. And as citizens, they are equal. And that's what they were claiming in Talhan village in their politics. Another thing that happens at the same time is that when Talhan happened, within a couple of hours, the news had spread all over the world. And we were told that they received phone calls from fellow Ravidasis in England and perhaps also Canada. And they told them that, don't worry, you should mobilize yourself and we will be with you, right? Now, this is also a moment when at some level, caste question begins to become global, right? You have Durban conference, those who are aware of, that people are beginning to talk about rights, right-based development coming from the United Nations itself. So there is a kind of new confidence. And as I said earlier, there's a rise of emerging Dalit middle class, which at some level is there to represent them locally. And as I studied later on, many of them felt that, the local bureaucrats who were Dalits, they were very helpful whenever there was a police case or violence. And so they were able to kind of work together. And there was at some level a process which was at some level helping them to become a new community. अच्छा मैं 2 point और करांगा 10 मिनट लगाऊंगा उसके बाद I'll stop. Now these are local processes that I studied, and from there on I started reflecting on caste at the national level. That how should one look at caste? How should one theorize caste? And that's when I started reading literature again, and kind of, these are books that were being talked about. This is one of my book on caste. This is another one which I published, which is empirical studies of caste. It's called Caste in Contemporary India. It was published by Routledge Press in 2015. Its second edition came out in 2018. This is another book. It's also on caste. It's an edited volume with a very well-known political scientist called James Manner. It's called Contested Hierarchies and Persisting Influence. So I keep working on caste now. We have a Oxford Handbook of Caste, which I'm editing along with a French scholar, which should be out next year from Oxford University Press. So
So my theory of caste, I think I do have something new to say about caste, which is partly new, partly borrowing from other people, that if we want to talk about caste, we must stop talking about caste from a Brahminical perspective. That caste is about Hinduism, about Varna hierarchy. It is there, but today's caste is produced in the present day context, and there's a particular history which has shaped the language through which we talk about caste. Manusmriti was written sometime in the 1st to 2nd century after Christ era, common era as it is called. There was no India at that time, right? The idea of India is a very recent thing. There was civilizational, whatever if you want to call, but there were many civilizations perhaps. So there were different regions, and there was Brahminical, what one should say, tradition, which starts right from the time of Rig Veda. But you also have what Romila Thapar and other historians tell us, Shramanic tradition, right? Shramanic tradition was not Brahmanic tradition, right? In which you have Buddha and Jains and many other kind of local level religious traditions, which say we don't believe in Brahminism, right? To assume that everyone had to go to Brahmin for rituals was incorrect. It's empirically incorrect. This is something which comes to be normalized only during the colonial period, when the Britishers begin to write history of India. And they write on the basis of what their fellow scholars who were Indologists, they had written about India by collaborating with the local Brahmin scholars. So there's a particular Brahminical view of India that gets scripted in Indological writings, and they become source for the British rulers to talk about India. So you have colonial forms of knowledge, as Bernard Cohen would talk about. So they are trying to theorize about India, and they're trying to theorize about India as a land of Hindus, and Hindus of a particular kind. Every Hindu is similar, which was empirically not the case. There were lots of diversities. For example, even in the 1st century, 2nd century AD, there were communities which believed in some kind of bhakti, that you don't need intermediaries, don't need Brahmins. You can directly talk to God. Buddhism was very influential, and there were local interpretations of even Brahminical tradition, and there were ups and downs of various kinds of contested cultures. So you have a production of a particular imaginary tradition in the 19th century, and Indian nationalism at some level picks that up and tries to present it as Indian culture. And this is done by people like Gandhi and others because they find it very convenient through Hindu reform movements. So they construct a particular idea of India, which is essentially a Hindu idea of India. And then that is superimposed on everyone else. So they also, Britishers, for example, introduce census, and census requires classification of communities. And they use, again, Varna categories for classifying people, and then everyone has to fit in. Like as I was saying, where would you fit the Jat? Jat is nowhere, right? Jat doesn't fit anywhere, right? So even perhaps some other communities will not fit. Brahmins in Punjab is not Brahmin in the sense that he is not a learned person, right? Most of the education used to happen in either in Gurdwaras or in madrasas, right? Language of Ranjit Singh was Farsi, right? State language was Farsi, not Sanskrit, right? So how do you talk about different regions? So my own argument is that when we talk about caste, we need to talk about the materialities of caste. Materiality, I don't say that you have to become Marxist class analysis. Materiality is in the sense that caste meant exclusion. Caste was always, right from day one, an institution that produced inequality, hierarchy, violence at the same time, right? So caste means humiliation. Caste means power. Caste means inequality. Caste means putting the other person down, right? Putting the other person down means the other person internalizes that I'm inferior to this person, and therefore he would never argue with you if you want to make them work for you on Begar or whatever. So this was a structure of power relations
which was reproduced, but its grammar was local. So there are different regional patterns of caste. There's no one single Indian caste system. The Indian caste system is an imagined tradition by the British colonial rulers, accepted by nationalists and promoted by modern Indian constitution through various kinds of processes. But on ground, caste reality is regional. That we need to think about caste in Punjab. And caste in Punjab is not the same as caste in Himachal Pradesh. I have studied Himachal Pradesh as well. And if you look at, I have a paper published in EPW, I think in 2014, it's called Caste on the Hill. Very different reality. The kind of influence Rajputs and Brahmins have, the local Devata system in Maharashtra, in Himachal Pradesh, produces a very different kind of hierarchy. So Punjab is a very different region. Punjab until 1947 had majority Muslim population, and until the end of 19th century, not only presence of Khalsa, but also Ranjit Singh as the ruler. And even now, but even Punjabi Hindu would not practice caste in the manner in which Manusmriti would want to recommend. Not only that, historically, regional patterns of change vary significantly. Right? Punjab, because of Green Revolution, because of some kind of ruralism that takes over Punjab in 1960s and 70s, has a particular structure of caste where, and like we said, McLeod talks about rural and urban hierarchies being different, which is a very interesting kind of point. I mean, urban hierarchies are still urban. India is still Hindu, and Hindu Punjab is Khatri dominated, not Jat dominated. There are Hindu Jats in places like Hoshiarpur, but majority in urban India, the control is with the Khatris. So you have hierarchy, but not Varna. Varna, Zat, these are words that are used in Gurbani also, but Zat is at some level operationalized through this idea of Biradri. Right? Now, Biradri is a different game. And these kinds of structures don't exist in other parts of the country. Right? Jats don't exist in Tamil Nadu. Even Tamil Nadu does not have Varna hierarchy, by the way. Right? Tamil Nadu, Kerala, they have three categories. One, you have Brahmins. And Brahmins there are very powerful, very dominant, because in 7th, 8th, 9th century, Brahmins were given land titles. So Brahmins were the landlords. And then you have the non-Brahmins who are OBCs. And then you have the untouchables. So there is no Kshatriya, there is no Vaishya. And if you ask Nadars, who are a successful business community, they are listed as OBC. Nadars are Nadars, right? They're not really in that sense. They don't fit anywhere. So you don't have this Varna called Kshatriya at all there. So every region has its own patterns of caste hierarchy. We can use the word caste, but caste is a European word. Caste is not an Indian word. Caste is a European word which was used by Europeans in India. When they came here, they used the word caste because it reminded them of something that was in their own culture, that was there in their own countries. Portuguese, Spanish, Italians, they have caste. They use the word caste. Whenever there are rigid hierarchies, they use the word caste. Britain has caste system of its own, right? And recently there's a book has come out from America, Isabel, what is the full name? On caste. It's about American race system. And actually in my own book also, in the concluding chapter, I have discussed how there was caste school of race studies. So as a system of hierarchy which produces inequality through institutionalizing humiliation, through institutionalizing hierarchy, is something that exists in every culture, every society all over the world. There are specific forms of it. Yes, India has a specific form which can be found at pan-Indian level, because the idea of untouchability, the way it is institutionalized in India, it's not there in other cultures. There are Brahminical Hindu cultures where it is still very legitimate. I mean, when you go to Banaras and you see the kind of, at some level, hegemony of the Brahmin that still exists is very, very significant. And that's very different from the way, if you come to Punjab, it is still Jatwad. Jat is the one who is the ruler, who is superior, who has power, who has status, who has influence, who has resources, who has everything, right? Not that every Jat would be resourceful, but if you have to talk in terms of caste,
you have to then locally see and regionally see. Similarly, in Doaba region, Chamar communities have been very mobile. They're very proud communities, and they have their own music, Put Chamarande, and their own kind of subculture. Which, if you go to Butta Mandi, I was quite surprised last time I went there how Butta Mandi, perhaps the word comes from boots, because this was the region where Britishers set up cantonment, and that cantonment led to development of this region, which produced Adharam movement. But if you go to Malwa region, I think Dalits are much more vulnerable there. Within Doaba also, you would find pockets which are very deprived. So diversity is the game, right? You can't have a single national level framework of Varna hierarchy and then talk about caste. Caste needs to be empirically engaged with. So my final point is, where do we go from here? By the way, there are now global language which talks about what we call as durable inequalities, or people like Pierre Bourdieu who talk about cultural and social capital, or there's another person who talks about opportunity hoarding. So this is being worked on elsewhere also. It's not like India is the only place which has caste. Looking forward, I think ਅਜੇ ਤੱਕ ਜਿਹੜਾ ਕੰਮ ਹੋਇਆ ਹੈਗਾ ਉਹ caste ਨੂੰ religion ਦੇ ਨਾਲ ਜੋੜ ਕੇ ਹੋਇਆ ਹੈਗਾ. The moment we think about caste, we think about Hinduism, and then we think about Sikhism, and we tend to put all the burden on Gurudwaras and Granthis and Sevadars, that they are the ones who are promoting caste. They do. It's not like we can wish them away, but caste is also a material reality. I mean, it's like, yes, you talk about Brahminism, but Brahmins are not there in Punjab. The Brahmins have no status in Sikh religion. There's no priestly caste in Sikh religion. So if you have to talk about caste in Sikhism, you need to confront the Sikh reality of caste, which is empirically coming from rural hierarchies of caste. And that's from there it enters Gurudwaras, not the other way around. Don't blame the Gurudwaras for conflict between Jat and Ramdasiyas. So Gurudwaras, Nanak is not to be blamed. Sikhi is not to be blamed, right? We still do Aarti, which has Gaggan Mein Thalra, it brings Ravidas, it brings other people. So that is part of Sikhism. I mean, it's not like, so the hierarchy is coming in Gurudwaras from society, from economy, not the other way around. So this obsession with religion actually comes from Orientalist view of India. And that needs to be questioned and needs to be confronted. And that's where my emphasis on empirical becomes very, very significant. Second point, I think in case of Punjab and elsewhere also, most of the literature, as I said, I did this work, my work included, but most others also who have studied caste after me, most of the work has been on Dalits. And within Dalits also, it has been mostly on Doaba region, on Adharam, Ravidasis, those kinds of realities. There are varieties of Dalits. Punjab has 40 communities who are listed as scheduled castes. Not that all of them are Dalits, right? For example, ਡਾਕਟਰ ਸਾਹਿਬ ਦੁਬਾਰਾ ਇੰਟਰਪਸ਼ਨ ਲਈ ਫਿਰ ਸੌਰੀ, ਅਤੇ ਕੁਛ ਚੀਜ਼ ਵਿੱਚ ਕੋਈ ਕਮੀ ਰਹਿ ਗਈ ਸੀ ਛੋਟੀ ਜਿਹੀ, ਅਤੇ ਜਿਹਦੇ ਕਰਕੇ ਉਹ ਜਿਹੜੀ ਜਦੋਂ ਤੁਸੀਂ ਦੁਬਾਰਾ ਸ਼ੁਰੂ ਕੀਤਾ ਉਹ ਲਾਈਵ ਨਹੀਂ ਸੀ ਹੋ ਸਕਿਆ, ਅਤੇ ਤੁਸੀਂ ਜਿਹੜਾ ਲਾਸਟ ਪੁਆਇੰਟ ਆਪਣਾ ਉੱਥੋਂ ਸ਼ੁਰੂ ਕਰਨਾ ਪਲੀਜ਼, ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀਗਾ. ਸੌਰੀ ਸਰ, ਪਲੀਜ਼ ਉੱਥੋਂ ਸ਼ੁਰੂ ਕਰਨਾ. ਹਾਂਜੀ ਸਰ. ਹਾਂਜੀ ਹਾਂਜੀ ਸਰ, ਕੋਈ ਟੈਕਨੀਕਲ ਕੋਈ ਕਮੀ ਰਹਿ ਗਈ ਸੀ ਛੋਟੀ ਜਿਹੀ, ਉਹ ਦੁਬਾਰਾ ਜਦੋਂ ਤੁਸੀਂ ਸ਼ੁਰੂ ਹੋਏ ਤੇ ਉਹ ਚੀਜ਼ ਉਧਰ ਲਾਈਵ ਨਹੀਂ ਸੀ ਹੋਈ, ਤੇ ਪਲੀਜ਼ ਜਿਹੜਾ ਸਰ ਆਪਣਾ ਲਾਸਟ ਪੁਆਇੰਟ ਇਹ ਉੱਥੋਂ ਸ਼ੁਰੂ ਕਰਨਾ ਜਿੱਥੋਂ ਤੁਸੀਂ ਪਹਿਲਾਂ ਸ਼ੁਰੂ ਕੀਤਾ ਸੀ ਸਰ. ਹਾਂਜੀ ਹਾਂਜੀ, ਚਲੋ ਹੁਣ ਹੋ ਗਿਆ ਤਿਆਰ ਸਰ? ਹਾਂਜੀ ਹਾਂਜੀ ਬਿਲਕੁਲ ਸਰ. ਹਾਂਜੀ ਅੱਛਾ, ਮੈਂ ਜਿਹੜਾ ਲਾਸਟ ਪੁਆਇੰਟ ਜਿਹੜਾ ਪਿਛਲਾ ਥੋੜਾ ਰਿਪੀਟ ਕਰਕੇ, ਹਾਂਜੀ, ਅੱਗੇ ਮੂਵ ਫਾਰਵਰਡ ਕਿਵੇਂ ਕਰੀਏ, ਅੱਗੇ ਕਿਵੇਂ ਜਾਣਿਆ ਕਾਸਟ ਨੂੰ ਸਟੱਡੀ ਕਰਨ ਵਾਸਤੇ.
ਕਾਸਟ ਦੀ ਗੱਲ ਕਰਨ ਨਾਲ ਸਿਰਫ ਇੱਕ ਸੈਮੀਨਾਰ ਕਰਨ ਨਾਲ ਜਾਂ ਡਿਸਕਸ਼ਨ ਕਰਨ ਨਾਲ ਜਾਂ 4 ਪਰਚਿਆਂ ਦੇ ਨਾਲ ਨਾ ਤਾਂ ਕਾਸਟ ਦੀ ਗੱਲ ਸੋਲਵ ਹੋਣੀ ਹੈ, ਬਟ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਜਿਹੜੀ ਸਾਡੇ ਵਰਗੇ ਬੰਦੇ ਕਰ ਸਕਦੇ ਹੈਗੇ, ਕਾਸਟ ਨੂੰ ਸਮਝਣ ਵਾਸਤੇ, ਐਕਚੁਅਲ ਕਾਸਟ ਗਰਾਊਂਡ ਰਿਐਲਿਟੀ ਕੀ ਹੈਗੀ, ਉਹਦੇ ਵਾਸਤੇ ਵੀ ਸਾਨੂੰ ਕੁਝ ਹੋਰ ਤਰ੍ਹਾਂ ਦਾ ਕੰਮ ਇਮੇਜਿਨ ਕਰਨਾ ਪੈਣਾ ਅੱਗੇ ਜਾਣ ਵਾਸਤੇ। ਪਹਿਲੀ ਗੱਲ ਜੋ ਮੈਂ ਕਹਿ ਰਿਹਾ ਸੀਗਾ ਕਿ ਇੱਕ ਜਿਹੜਾ ਕਿਉਂਕਿ ਪੁਰਾਣਾ ਤਰੀਕਾ ਹੈਗਾ ਕਾਸਟ ਦੀ ਗੱਲ ਕਰਨ ਵਾਲਾ, ਜਿਹਦਾ ਬੇਸਿਕਲੀ ਜ਼ਿੰਮੇਦਾਰ ਹੈਗੇ ਯੂਰਪੀਅਨ ਓਰੀਐਂਟਲਿਸਟਸ ਕੇ ਭਾਈ ਕਾਸਟ ਸਿਰਫ ਹਿੰਦੂ ਧਰਮ ਦੇ ਨਾਲ ਹੀ ਜੁੜੀ ਹੈਗੀ ਤੇ ਹਿੰਦੂ ਧਰਮ ਵਿੱਚੋਂ ਹੀ ਨਿਕਲੀ ਹੈਗੀ ਤੇ ਹਿੰਦੂ ਧਰਮ ਕਰਕੇ ਕਾਸਟ ਹੈਗੀ। ਉਸ ਦੇ ਨਾਲ ਹੋਇਆ ਕੀ ਹੈਗਾ, ਕਾਸਟ ਨੂੰ ਰਿਲੀਜਨ ਦੇ ਨਾਲ ਇੰਨਾ ਜ਼ਿਆਦਾ ਸਟਰੋਂਗਲੀ ਆਈਡੈਂਟੀਫਾਈ ਕੀਤਾ ਗਿਆ ਜਿਵੇਂ ਕਿ ਬਾਕੀ ਕੁਝ ਹੈ ਹੀ ਨਹੀਂਗਾ, ਕਿਧਰੇ ਕੋਈ ਪ੍ਰੋਬਲਮ ਹੀ ਨਹੀਂ ਹੈਗੀ। Empirically, there is Brahminical Hinduism which promotes caste. It's not like I'm denying that, and it's very, very important. We should recognize that. But caste is much more than that, right? ਜਿਹੜਾ ਪੂਰਾ ਤੁਹਾਡਾ ਸਮਾਜ ਦਾ ਬਣਤ ਹੈਗੀ, ਜਿਹੜੀ ਤੁਹਾਡੀ ਆਰਥਿਕਤਾ ਦੀ ਬਣਤ ਹੈਗੀ, ਜਿਹੜੀ ਤੁਹਾਡੀ ਸਟੇਟਸ ਸੋਸਾਇਟੀ ਦੇ ਹੈਗੇ, ਜਿਹੜਾ ਜਿਹਨੂੰ ਕਹਿੰਦੇ ਆ ਸਪੇਸ਼ੀਅਲ ਸਟਰਕਚਰਸ, ਉਹ ਭਾਵੇਂ ਸਪੇਸ਼ੀਅਲ ਸਟਰਕਚਰ ਪਿੰਡ ਦਾ ਹੋਵੇ ਜਾਂ ਸਪੇਸ਼ੀਅਲ ਸਟਰਕਚਰ ਸ਼ਹਿਰ ਦਾ ਹੋਵੇ, ਉਹ ਸਾਰਾ ਦਾ ਸਾਰਾ it's structured around caste, and caste is so central to almost everything in life, right? Who is wearing what and who is speaking in what way, ਕਿਦਾਂ ਦਾ ਤੁਹਾਨੂੰ music ਚੰਗਾ ਲੱਗਦਾ ਹੈ, ਕੀ ਤੁਸੀਂ ਤੁਹਾਡੇ ਸ਼ੌਕ ਹੈਗੇ। So I think caste should be seen as an overall encompassing institution which structures, because inequalities structure everything. And for that we need to shift our focus from religion to region. There is not one single Indian caste system which is Hindu, which is Manusmriti, which is Varna hierarchy. All that has its own influence. For example, question of untouchability largely comes from that kind of idea that there is karam, there is dharam and stuff like that. But even when you have no notion of dharam and karam like in Sikhi, untouchability persists. It persists not because of granthis and sevadars in gurudwaras or SGPC. It persists because dominant sections do not want to give up their control over the labor of other people. I mean, there is also question of privilege. So we need to also look at those structures of privilege. ਤੇ ਇਹ ਮੈਂ ਕਹਿ ਰਿਹਾ ਸੀਗਾ, ਸਾਡੇ ਸਮਾਜ ਤੋਂ ਜਾਂਦਾ ਹੈ ਗੁਰਦੁਆਰਿਆਂ ਦੇ ਵਿੱਚ, ਸਮਾਜ ਤੋਂ ਜਾਂਦਾ ਹੈਗਾ ਬਾਕੀ ਸਪੇਸਿਸ ਦੇ ਵਿੱਚ, but gurudwaras are not responsible for caste. I mean, that is not that they should not be accountable. They should be accountable. They should be accountable to Sikhi, and if they are violating Sikh values and principles, then obviously that is also a space. But that again, it's violated as a question of distribution, as a question of space which should give status to everyone, respect to everyone. Again, as question of power, not simply of theology. And that is my first point. And we need to regionalize analysis of caste. We can't have pan-Indian level of caste. And this is based on my studies and a lot of literature that is coming out. And as I was saying that, South India, again, every region has its own dynamics, history, ecology, economics, religiosity of caste. And those processes needs to be taken into account. For example, if you go to Odisha, the famous temple in Puri, it's a temple of a tribal god. It's not really linked to any kind of Hindu theology. Similarly, in other regions, Hindu theology is understood very differently depending on the local constellation of powers and groups. And within caste hierarchy also, for example, if you are a Valmiki or if you are a kind of lower OBC, your Hinduism is very different. Gugga, for example, in Punjab, Haryana, there is this Gugga Peer. Now, Gugga Peer is what? Is he a god or it's a Hindu god? We assume that Brahmins have been priests, but they don't do ritual services for Dalits and OBCs anywhere in the country, right? And there are hierarchies within Brahmins as well. So we need to kind of study religion. That's very important, but not make see everything as coming out of religion. Caste, I think, is much bigger than that. The second point I was making is that so far our focus has been on Dalits. In Punjab also, most of the research, my own research included, and most of the research that followed is basically looking at exclusion of Dalits. It's looking at mostly Doaba region and what we call as the Chamar cluster, and talking about them. ਬਾਕੀ ਬਹੁਤ ਸਾਰੇ ਕਮਿਊਨਿਟੀਜ਼ ਹੈਗੇ, ਜਿਵੇਂ ਮੈਂ ਕਹਿ ਰਿਹਾ ਸੀਗਾ ਪੰਜਾਬ ਦੇ ਵਿੱਚ ਸਾਡੇ ST ਲਿਸਟ ਨਹੀਂ ਹੈਗੀ. So ST list would have been possible, right? Sansi, for example, could be classified as tribal community.
Now, what is the experience of caste for Sansis? We have no literature on that. There are many other communities. We have 40 communities listed as scheduled castes. And as we were saying that Rai Sikhs were able to enter into the list. And that's how the percentage went up from 28 to 32%. So what is their experience? Are they also Dalits? Do they see themselves as Dalits? Do they identify themselves with Dalit politics, or they are a community which just basically was able to bully its way into the reserved category? So we need to empirically study that, and we need to study Jats, we need to study Khatris, we need to study OBCs, we need to study mobility patterns, both upward and downward, spatial and vertical. And I think that also would give us some idea about how caste is being reproduced in Punjab if we want to understand it more. My final point is that, again, as I was saying, not only religion, also not only politics. So you talk about caste in relation to religion. Second sphere where we talk about is votes. ਕਿਹਦੇ ਕਿੰਨੇ ਵੋਟ ਹੈਗੇ, ਜੱਟਾਂ ਦੀ ਲੀਡਰਸ਼ਿਪ, ਇੱਥੇ ਦਲਿਤ ਕਾਮਯਾਬ ਹੋਏਗਾ ਨਹੀਂ ਹੋਏਗਾ, ਉਹਨਾਂ ਦੀ ਰਿਪਰੈਜ਼ੈਂਟੇਸ਼ਨ. ਬਟ ਕਾਸਟ ਗੋਜ਼ ਫਾਰ ਬਿਯੋਂਡ ਦੈਟ. ਮੇਰੀ ਆਪਣੀ ਸਟੱਡੀ ਹੈਗੀ ਕਾਰਪੋਰੇਟ ਹਾਇਰਿੰਗ ਦੀ. ਜਿਹੜਾ ਕਾਰਪੋਰੇਟ ਸੈਕਟਰ ਹੈਗਾ ਇੰਡੀਆ ਦਾ, ਜਿਹੜੀ ਨਵੀਂ ਇਕੋਨਮੀ ਆ ਰਹੀ ਹੈ ਪ੍ਰਾਈਵੇਟ ਸੈਕਟਰ, it's embedded in caste hierarchies. Networks, this is again a new literature that is coming out. The way urban space is being monopolized by certain communities, the valued space, and the caste-based exclusions, the caste-based housing societies, and those differences also prejudice against certain communities, but communities consolidating themselves in the city. There was a survey some time back, which I've quoted in my book. If you look at the top level executives in corporate sector, 94% of them come from traditional urban upper castes, broadly Baniya Brahman at the pan-Indian level. So there would also be regional patterns, and we need to study that, and that would give us answer to things like Jat agitation recently in Haryana, or Marathas and Patels protesting, even though they are a privileged caste, because agriculture is declining very rapidly. They are getting educated, but in urban economy, in valued economy, there's very little space for new entrants. And so you need to kind of think of caste while you are talking about everything virtually. I think I'll stop here, and thank you very much for listening to me. ਤੇ ਬਾਕੀ ਮੈਂ ਹੈਗਾ ਇੱਥੇ ਜੇ ਕੋਈ reflections ਹੈਗੀਆਂ, ਸਵਾਲ ਹੈਗੇ, ਤਾਂ I will be very glad to hear from you. ਤੇ ਵੈਸੇ ਵੀ I would be very glad to get in touch with you if you want to write to me. मेरी email हैगी मेरे कोल, मेरा मोबाइल नंबर भी हैगा. Welcome to contact me, and I would be very glad to discuss if there is anything that I can be of any worth or value to Punjab, people who are trying to provide darshan to Punjab. वो भी बहुत बड़ी गल है. ਡਾਕਟਰ ਸਾਹਿਬ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਔਰ ਤੁਸੀਂ ਇੰਨੇ ਲੰਬੇ ਸਾਲਾਂ ਦਾ ਆਪਣਾ ਤਜਰਬਾ, ਆਪਣਾ ਅਧਿਐਨ, ਆਪਣੀ ਸਟੱਡੀ ਸਾਡੇ ਨਾਲ ਸਾਂਝੀ ਕੀਤੀ, ਖਾਸ ਤੌਰ ਦੇ ਉੱਤੇ ਇਸ ਕਾਸਟ ਇਸ਼ੂ ਦੇ ਉੱਤੇ. ਪੰਜਾਬ ਵਿੱਚ ਅੱਜ ਕੱਲ੍ਹ ਕਾਸਟ ਦਾ ਡਿਸਕਸ਼ਨ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਜ਼ਿਆਦਾ ਚਰਚਾ ਹੁੰਦਾ ਆ, ਲੇਕਿਨ ਅਕਸਰ ਦੇਖਿਆ ਜਾਂਦਾ ਕਿ ਅਸੀਂ ਹਮੇਸ਼ਾ ਜਦੋਂ ਕਾਸਟ ਬਾਰੇ ਬੋਲਦੇ ਹਾਂ ਇੱਕ ਨਫ਼ਰਤ ਦੇ ਵਿੱਚ, ਇੱਕ ਗੁੱਸੇ ਦੇ ਵਿੱਚ ਬੋਲਦੇ ਹਾਂ, ਔਰ ਜਾਂ ਕੁਝ ਲੋਕ ਇਹਦੇ ਬਾਰੇ ਸਾਇਲੈਂਸ ਧਾਰਨ ਕਰ ਲੈਂਦੇ ਆ ਵੀ ਕਾਸਟ ਦੀ ਗੱਲ ਨਾ ਕਰੋ, ਜਿਵੇਂ ਤੁਸੀਂ ਦੱਸਿਆ. ਲੇਕਿਨ ਅੱਜ ਸਰ ਮੈਨੂੰ ਲੱਗਿਆ ਕਿ ਪਹਿਲੀ ਵਾਰੀ ਅਸੀਂ ਕਾਸਟ ਬਾਰੇ ਇੰਨਾ ਬ੍ਰਿਲੀਅੰਟ, ਇੱਕ ਬਹੁਤ ਜ਼ਿਆਦਾ ਗਿਆਨ ਭਰਪੂਰ ਔਰ ਅਸਲੀਅਤ ਦੇ ਨੇੜੇ ਜਿਹੜਾ ਵਿੱਚ ਲੈ ਗਿਆ ਉਸ ਤਰ੍ਹਾਂ ਲੈਕਚਰ ਸੁਣਿਆ. ਸਰ ਤੁਹਾਡਾ ਬਹੁਤ ਬਹੁਤ ਧੰਨਵਾਦ. ਧੰਨਵਾਦ ਸਰ, ਬਹੁਤ ਛੋਟਾ, ਪਰ ਸਾਨੂੰ ਇਹਦੇ ਨਾਲ ਹੀ ਕੰਮ ਚਲਾਉਣਾ ਪੈਂਦਾ ਸਰ. ਇੱਕ ਗੱਲ ਸਰ ਮੈਂ ਕਹਿਣੀ ਚਾਹੁੰਦਾ, ਆਪਣੇ ਸਰੋਤਿਆਂ ਨਾਲ ਵੀ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਖਾਸ ਤੌਰ 'ਤੇ ਭਾਰਤੀ ਸਮਾਜ ਵਿੱਚ ਇੱਕ ਰਵਾਇਤ ਹੈ ਕਿ ਅਸੀਂ ਕੁਛ ਆਪਣੀਆਂ ਸੇਕਰਡ ਚੀਜ਼ਾਂ ਜਾਂ ਜਿਹੜੀਆਂ ਸਤਿਕਾਰਯੋਗ ਚੀਜ਼ਾਂ, ਕੁਛ ਰਿਸ਼ਤੇ, ਉਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ. ਜਿਵੇਂ ਪਤਨੀ ਆਪਣੇ ਪਤੀਆਂ ਦਾ ਨਾਂ ਨਹੀਂ ਲੈਂਦੀਆਂ, ਕਿਸੇ ਟਰਡੀਸ਼ਨ 'ਚ ਇਹ ਵੀ ਹੈ ਉਹ ਰੱਬ ਦਾ ਨਾਂ ਨਹੀਂ ਲੈਂਦੇ. ਜਿਵੇਂ ਉਹ ਪ੍ਰੋਫੈਸਰ ਓਬਰਾਏ ਨੇ ਲਿਖਿਆ ਵੀ ਟੈਟਰਾਗ੍ਰਾਮੈਟਨ, ਉਹ 4 ਅੱਖਰ ਜਿਹੜੇ ਕਹਿੰਦੇ ਆ ਵੀ ਉਹ 4 ਅੱਖਰਾਂ ਨੂੰ ਬੋਲਦੇ ਨਹੀਂ ਹੈ, ਵੀ ਉਹ ਕੀ ਬਣਿਆ, ਵੀ ਜੇ ਬੋਲੇ ਤਾਂ ਉਹ ਬੁਰਾ ਸਮਝਿਆ ਜਾਂਦਾ. ਇਸ ਤਰ੍ਹਾਂ ਕੁਛ ਚੰਗੀਆਂ ਚੀਜ਼ਾਂ ਵੀ ਜਿਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ, ਕੁਛ ਬੁਰੀਆਂ ਚੀਜ਼ਾਂ ਵੀ ਜਿਹਨਾਂ ਦਾ ਅਸੀਂ ਨਾਂ ਨਹੀਂ ਲੈਂਦੇ. ਜਿਵੇਂ ਸੱਪ ਕਿਸੇ ਦੇ ਲੜ ਜਾਵੇ ਉਹਨੂੰ ਕਹਿੰਦੇ ਕੀੜਾ ਲੜ ਗਿਆ, ਜਾਂ ਇੱਕ ਬਿਮਾਰੀ ਆ ਸਮਾਲ ਪੌਕਸ, ਉਹਨੂੰ ਕਹਿੰਦੇ ਮਾਤਾ ਨਿਕਲੇ ਆਈ, ਜਾਂ ਉਹਨੂੰ ਅਸੀਂ ਉਹਦਾ ਨਾਂ ਨਹੀਂ ਲੈਂਦੇ ਹੈ.
ਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਕੁਝ ਮਨ ਵਿੱਚ ਪ੍ਰਭਾਵ ਹੋਣਾ ਵੀ ਜੇ ਕਿਸੇ ਬਿਮਾਰੀ ਦਾ ਨਾਂ ਨਾ ਲਓ ਤਾਂ ਚੰਗਾ ਰਹਿੰਦਾ ਆ, ਜਾਂ ਉਹਦਾ ਸ਼ਾਇਦ ਕੋਈ ਠੀਕ ਹੋਣ ਦੇ ਵੱਲ ਤੁਰ ਪੈਂਦਾ ਹੋਵੇ। ਪਰ ਜਿਹੜਾ ਖਾਸ ਤੌਰ 'ਤੇ ਅੱਜ ਦਾ ਯੁੱਗ ਆ, ਅੱਜ ਦਾ ਯੁੱਗ ਇਸ ਤਰ੍ਹਾਂ ਨਹੀਂ ਹੈ ਵੀ ਤੁਸੀਂ ਬਿਮਾਰੀ ਦਾ ਨਾਂ ਨਾ ਲਓ, ਤੁਸੀਂ ਉਦੋਂ ਬਚ ਜਾਓਗੇ। ਤਾਂ ਬਿਮਾਰੀ ਦਾ ਤੁਹਾਨੂੰ ਨਾਂ ਵੀ ਲੈਣਾ ਪੈਣਾ ਅਤੇ ਉਹਨੂੰ ਤੁਹਾਨੂੰ ਸਮਝਣਾ ਵੀ ਪੈਣਾ ਆ, ਉਹਦਾ ਇਲਾਜ ਵੀ ਕਰਨਾ ਪੈਣਾ ਆ। ਅਤੇ ਮੇਰਾ ਖਿਆਲ ਹੈ ਤੁਹਾਡੇ ਲੈਕਚਰ ਤੋਂ ਸਾਨੂੰ ਇਹਨੂੰ ਸਮਝਣ ਲਈ ਇੱਕ ਬਹੁਤ ਵੱਡੀ ਸਹਾਇਤਾ ਮਿਲੂਗੀ, ਔਰ ਇਹਦੇ ਇਲਾਜ ਲਈ ਵੀ ਕੁਝ ਕੰਸੂਆਂ ਜਾਂ ਕੁਝ ਸੰਕੇਤ ਤੁਹਾਡੇ ਲੈਕਚਰ ਵਿੱਚੋਂ ਸਾਨੂੰ ਮਿਲੇ ਆ। ਪਰ ਇੱਕ ਗੱਲ ਇਹ ਜ਼ਰੂਰ ਹੈ ਵੀ ਇਹਦੇ ਇਲਾਜ ਤੋਂ ਬਿਨਾਂ ਅਸੀਂ ਖਾਸ ਤੌਰ 'ਤੇ ਪੰਜਾਬੀ ਜਾਂ ਹਿੰਦੁਸਤਾਨੀ ਅਸੀਂ ਕਿਸੇ ਪਾਸੇ ਵਿਕਾਸ ਨਹੀਂ ਕਰ ਸਕਦੇ, ਅਸੀਂ ਆਪਣੇ ਆਪ ਵਿੱਚ ਵੀ ਨਹੀਂ ਆ ਸਕਦੇ। ਇਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਅਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਔਰ ਅਸੀਂ ਤਾਂ ਬਹੁਤ ਪਤਾ ਨਹੀਂ ਲੱਗਿਆ ਵੀ ਕਿਹੜੇ ਵੇਲੇ ਇੰਨਾ ਸਮਾਂ ਲੰਘ ਗਿਆ। ਤਾਂ ਸਾਡੀ ਰਵਾਇਤ ਹੈ ਕਿ ਜਾਂ ਸਾਡੇ ਸਰੋਤੇ ਜਿਹੜੇ ਸਾਡੇ ਦੋਸਤ ਸਾਡੇ ਨਾਲ ਸੁਣਦੇ ਆ ਅਤੇ ਵਾਰ-ਵਾਰ ਕਮੈਂਟ ਕਰਦੇ ਆ, ਅਤੇ ਉਹ ਬਹੁਤ ਤਾਰੀਫ ਕਰ ਰਹੇ ਸੀਗੇ ਇਸ ਤਰ੍ਹਾਂ ਲੈਕਚਰ ਉਹਨਾਂ ਨੇ ਪਹਿਲੀ ਵਾਰੀ ਸੁਣਿਆ। ਅਤੇ ਮੈਂ ਉਹਨਾਂ ਦੇ ਨਾਂ ਜ਼ਰੂਰ ਲੈਣੇ ਚਾਹੁੰਦਾ, ਉਹਨਾਂ ਦੀ ਹਾਜ਼ਰੀ ਲਾਉਣੀ ਚਾਹੁੰਦਾ, ਜਿਵੇਂ ਗੁਲਜ਼ਾਰ ਸਿੰਘ ਡੰਡੇਵਾਲ, ਡਾਕਟਰ ਈਸ਼ਵਰ ਗੌਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ, ਤਰਲੋਚਨ ਸਿੰਘ, ਪਰਮਜੀਤ ਸਿੰਘ, ਰਾਜਪਾਲ ਸਿੰਘ ਰਾਮ, ਪ੍ਰੋਫੈਸਰ ਸ਼ਾਮ ਸਿੰਘ ਗੜ੍ਹਦੀ ਵਾਲੇ ਤੋਂ, ਦਵਿੰਦਰ ਭੁੱਲਾ ਰਾਈ, ਸੀਮਾ ਮਾਹੀ, ਅਮਰਪਾਲ ਸੰਘਾ, ਰੇਸ਼ਮ ਸਿੰਘ, ਨਵਨੀਤ ਕੌਰ, ਮਗਨਪ੍ਰੀਤ ਕੌਰ, ਹਰਪਾਲ ਸਿੰਘ, ਹਰਜਿੰਦਰ ਸਿੰਘ, ਜਸਪਾਲ ਫਿਰਦੌਸੀ ਚੰਡੀਗੜ੍ਹ ਤੋਂ ਸਟੂਡੈਂਟ, ਰਿਸਰਚ ਸਕਾਲਰ ਜਗਜੀਤ ਸਿੰਘ, ਅਵਤਾਰ ਸਿੰਘ ਪਤੰਗ, ਤਰਲੋਚਨ ਸਿੰਘ ਦੋਪਾਲਪੁਰ, ਪ੍ਰੋਫੈਸਰ ਬਲਵਿੰਦਰ ਸਿੰਘ ਟਿਵਾਣਾ ਜਿਹਨਾਂ ਦਾ ਪਿਛਲੇ ਹਫ਼ਤੇ ਲੈਕਚਰ ਸੀਗਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਨੀਤੂ ਅਰੋੜਾ, ਜਗਤਾਰਜੀਤ, ਕਸ਼ਮੀਰ ਸਿੰਘ, ਚਰਨਜੀਤ, ਪ੍ਰੋਫੈਸਰ ਸੁਰਜੀਤ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਸੰਤੋਖ ਸੁੱਖੀ, ਵਿਨੋਦ ਬਿਨੀ, ਅਜੇ, ਸੁਨੀਲ ਕੁਮਾਰ, ਰਜਿੰਦਰ ਸਿੰਘ, ਪਰਮਿੰਦਰ ਸਿੰਘ, ਜਗਸੀਰ ਸਿੰਘ, ਰਵਿੰਦਰ ਸਿੰਘ ਸਹਿਰਾ ਕੈਨੇਡਾ ਤੋਂ, ਸੁਖਵਿੰਦਰ ਸਿੰਘ, ਪ੍ਰੋਫੈਸਰ ਰਾਜ ਕੁਮਾਰ ਹੰਸ, ਗੁਰਬਚਨ ਸਿੰਘ ਸਾਗਰੀ ਅੰਡੇਮਾਨ ਨਿਕੋਬਾਰ ਤੋਂ, ਅਤੇ ਅਸ਼ਵਿੰਦਰ USA ਤੋਂ, ਅਤੇ ਡਾਕਟਰ ਸੁਰਿੰਦਰ ਮੋਹਨ ਸਿੰਘ ਸਿੱਧੂ। ਇਹ ਸਾਰੇ ਲੈਕਚਰ ਦੌਰਾਨ ਸਾਡੇ ਨਾਲ ਜੁੜੇ ਰਹੇ, ਨਾਲ ਨਾਲ ਤਾਰੀਫਾਂ ਵੀ ਕਰਦੇ ਰਹੇ, ਲਾਈਕ ਵੀ ਕਰਦੇ ਰਹੇ, ਕਾਫੀ ਚੰਗੇ ਇਹਨਾਂ ਨੇ ਕੌਮੈਂਟ ਤੁਹਾਡੇ ਲੈਕਚਰ ਬਾਰੇ ਕੀਤੇ। ਅਤੇ ਇਹਨਾਂ ਸਾਰਿਆਂ ਵੱਲੋਂ ਵੀ ਤੁਹਾਡਾ ਧੰਨਵਾਦ ਡਾਕਟਰ ਸਾਹਿਬ, ਅਤੇ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਵੱਲੋਂ ਇਹਨਾਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਅਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਸਾਹਿਬ ਦਾ ਨੰਬਰ ਵੀ ਸਾਡੇ ਕੋਲ ਆ, ਅਤੇ ਉਹਨਾਂ ਦਾ ਈਮੇਲ ਵੀ ਸਾਡੇ ਕੋਲ ਆ, ਅਤੇ ਜੇ ਕੋਈ ਸਰੋਤਾ ਦਰਸ਼ਕ ਉਹਨਾਂ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ ਹੋਵੇ ਅਤੇ ਉਹ ਈਮੇਲ ਕਰ ਸਕਦਾ, ਸਾਨੂੰ ਵੀ ਦੱਸ ਸਕਦਾ। ਅਸੀਂ ਡਾਕਟਰ ਸਾਹਿਬ ਨੂੰ ਦੁਬਾਰਾ ਵੀ ਤਕਲੀਫ ਦੇ ਸਕਦੇ ਹਾਂ ਔਰ ਦਿੰਦੇ ਰਹਾਂਗੇ। ਡਾਕਟਰ ਸਾਹਿਬ ਸਾਡੇ ਆ ਅਤੇ ਸਾਡੇ 'ਤੇ ਉਹਨਾਂ ਦਾ ਹੱਕ ਵੀ ਹੈਗਾ ਆ, ਉਹਨਾਂ 'ਤੇ ਸਾਡਾ ਹੱਕ ਵੀ ਹੈਗਾ, ਅਤੇ ਅਸੀਂ ਉਹ ਹੱਕ ਦਾ ਇਸਤੇਮਾਲ ਕਰਦੇ ਰਹਾਂਗੇ। ਅਤੇ ਅਖੀਰ ਵਿੱਚ ਮੈਂ ਜਿਹੜੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ ਨਾਲ ਸਹਿਯੋਗ ਵਜੋਂ ਇਸ ਟੀਮ ਦੇ ਮੈਂਬਰ ਸੋਹਜ ਅਤੇ ਸਹਿਜ ਵਿੱਚ ਜਿਹੜੇ ਕੰਮ ਕਰਦੇ ਆ, ਪਰਮਿੰਦਰ ਅਤੇ ਹਰਪ੍ਰੀਤ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਅਤੇ ਸਾਡੀ ਸਿਰਜਕ ਟੀਮ ਜਿਹੜੀ ਉਹਦੇ ਮੈਂਬਰ ਸਿਰਕਰਦਾ ਮੈਂਬਰ ਮੈਡਮ ਹਰਮੀਤ, ਪ੍ਰੋਫੈਸਰ ਜਸਕਰਨ, ਕਮਲੇਸ਼ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਰਿਸਰਚ ਸਕਾਲਰ, ਅਤੇ ਦਿਲਦਾਰ ਮਹਿਤਾਬ, ਇਹਨਾਂ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਸੇ ਤਰ੍ਹਾਂ ਅਸੀਂ ਪੰਜਾਬ ਨੂੰ ਸਮਝਣ ਲਈ, ਪੰਜਾਬ ਨੂੰ ਜਾਣਨ ਲਈ ਹੋਰ ਮਹਾਨ ਹਸਤੀਆਂ ਜਿਹੜੀਆਂ ਉਹਨਾਂ ਦਾ ਦਰ 'ਤੇ ਅਸੀਂ ਦਸਤਕ ਦਿੰਦੇ ਰਹਾਂਗੇ, ਉਹਨਾਂ ਦੀਆਂ ਸੇਵਾਵਾਂ ਲੈਂਦੇ ਰਹਾਂਗੇ। ਅਤੇ ਫਿਰ ਡਾਕਟਰ ਸਾਹਿਬ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ। ਸਰ ਜਾਂਦੇ ਜਾਂਦੇ ਤੁਸੀਂ ਕੋਈ ਗੱਲ ਮਨ ਵਿੱਚ ਰਹਿ ਗਈ ਹੋਵੇ, ਕਈ ਵਾਰੀ ਹੁੰਦਾ ਵੀ ਆਪਣੇ ਮਨ 'ਚ ਕੋਈ ਗੱਲ ਹੋਰ ਆ ਜਾਂਦੀ ਹੈ, ਇੱਕ ਅੱਧੀ ਗੱਲ ਹੋਰ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਂਦੇ ਹੋਏ ਕਹਿ ਜਾਓ। ਬਸ ਜੀ ਬਹੁਤ ਬਹੁਤ ਮਿਹਰਬਾਨੀ, ਜਦੋਂ ਤੇ ਜਾਰੀ ਰੱਖੋ। ਤੇ ਪੰਜਾਬ ਨੂੰ ਇੱਕ ਲੋੜ ਹੈਗੀ ਇਹਨਾਂ ਚੀਜ਼ਾਂ ਦੀ। ਮੈਂ ਨੋਟਿਸ ਕਰ ਰਿਹਾ ਹੋਰ ਵੀ ਗਰੁੱਪ ਨਵੇਂ ਆਏ ਆ ਪੰਜਾਬ ਦੇ ਵਿੱਚ, ਜਿਹੜੇ ਇੱਕ ਸਾਡੇ ਪੁਰਾਣੇ ਬੜੀ ਬੁੱਧੀਜੀਵੀ ਕਲਚਰ ਪੰਜਾਬ ਦਾ ਰਿਹਾ ਹੈਗਾ, ਤੇ ਉਹ ਵਾਪਸ ਉਸਨੂੰ ਰਿਵਾਈਵ ਕਰਨ ਦੇ ਵਿੱਚ ਤੁਸੀਂ ਲੋਕ ਜੋ ਕਰ ਰਹੇ ਹੋ, ਮਤਲਬ ਲੀਡ ਲੈ ਰਹੇ ਹੋ, ਤੇ ਉਹ ਆਈ ਥਿੰਕ ਇਟਸ ਵੈਰੀ ਵੈਰੀ ਇੰਪੋਰਟੈਂਟ, ਤੇ ਉਹ ਬਹੁਤ ਜ਼ਰੂਰੀ ਹੈਗੀ ਹੈ। ਤੇ ਮੈਂ ਤਾਂ ਬਹੁਤ ਜ਼ਿਆਦਾ ਸ਼ੁਕਰਾਨਾ ਹੈਗਾ ਤੁਹਾਡਾ ਕਿ ਤੁਸੀਂ ਇਹ ਇਨੀਸ਼ੀਏਟਿਵ ਲਿਆ, ਤੇ ਇੱਦਾਂ ਦੇ ਗਰੁੱਪ ਜਿਹੜੇ ਪੰਜਾਬ ਦੇ ਵਿੱਚ ਹੋਰ ਨਿਕਲ ਕੇ ਆਉਣ, ਜਿਹੜੇ ਕ੍ਰਿਟੀਕਲ ਡਿਸਕਸ਼ਨ ਸ਼ੁਰੂ ਕਰਨ। We can disagree, debate, but at the same time, purpose is to understand. ਜਦੋਂ ਸਮਝ ਹੀ ਨਹੀਂ ਆਏਗੀ ਤਾਂ ਇੱਕ ਵਾਰੀ ਉਹ ਸ਼ੁਰੂ ਹੋ ਗਿਆ ਤਾਂ ਫਿਰ ਆਪਣੇ ਆਪ ਲੋਕ ਪੜ੍ਹਨਾ ਵੀ ਸ਼ੁਰੂ ਕਰ ਦੇਣਗੇ, ਸੋਚਣਾ ਵੀ ਸ਼ੁਰੂ ਕਰ ਦੇਣਗੇ ਡਿਫਰੈਂਟ ਤਰੀਕੇ ਨਾਲ। ਤੇ ਆਈ ਥਿੰਕ ਦਿਸ ਇਜ਼ ਵੈਰੀ ਵੈਰੀ ਕਮੈਂਡੇਬਲ ਜੌਬ ਦੈਟ ਯੂ ਆਰ ਡੂਇੰਗ। ਤੇ ਮੇਰੀ ਤਰਫੋਂ ਬਹੁਤ ਬਹੁਤ ਸ਼ੁਕਰਾਨਾ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ
ਸੁਣਿਆ ਮੈਨੂੰ, ਤੇ ਹੋਪਫੁਲੀ ਵਿਲ ਕੰਟੀਨਿਊ ਕੰਟੈਕਟ ਇਨ ਫਿਊਚਰ ਐਜ਼ ਵੈਲ। ਸਰ JNU ਸਾਡੇ ਲਈ, ਪੰਜਾਬ ਦੇ ਸਟੂਡੈਂਟਸ ਲਈ, ਟੀਚਰ ਲਈ ਵੀ ਇੱਕ ਸੁਪਨਾ ਹੈ, ਤੇ ਤੁਹਾਨੂੰ ਸੁਣ ਕੇ ਅੱਜ ਸਾਡਾ ਸੁਪਨਾ ਪੂਰਾ ਹੋ ਗਿਆ ਕਿ ਅਸੀਂ ਵੀ JNU ਜਿਵੇਂ ਘੁੰਮੇ ਜਾਂ ਤੁਹਾਨੂੰ ਅਸੀਂ ਉੱਥੇ ਜਾ ਕੇ ਤੁਸੀਂ ਸੁਣ ਲਿਆ ਹੋਵੇ, ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਫਿਰ ਧੰਨਵਾਦ। ਗੁੱਡ ਨਾਈਟ। ਪੰਜਾਬ